ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। In behalf of all the members of the institute, ਅਸੀਂ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ ਅਤੇ ਆਪ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਤਾਂ ਕਿਉਂ ਜੋ ਤੁਸੀਂ ਆਪ ਸਾਡੇ ਸੱਦੇ ਤੇ ਇੱਥੇ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ। I feel honored to be welcoming Dr. ਅਜੈਬ ਸਿੰਘ ਜੀ ਜੋ ਕਿ ਬਹੁਤ ਹੀ ਸੇਵਾ ਕਰ ਰਹੇ ਨੇ ਅੱਜ ਕੱਲ੍ਹ। ਇਹਨਾਂ ਨੇ ਹੁਣੇ ਰੀਸੈਂਟ ਟੈਨਿਓਰ ਵਿੱਚ ਮਾਈਨੋਰਿਟੀਜ਼ ਨੂੰ ਰਿਪਰੈਜ਼ੈਂਟ ਕੀਤਾ ਹੈ ਗਵਰਨਮੈਂਟ ਆਫ ਇੰਡੀਆ ਲੈਵਲ ਤੇ ਇਨ ਦ ਨੈਸ਼ਨਲ ਕਮਿਸ਼ਨ ਆਫ ਮਾਈਨੋਰਿਟੀਜ਼। ਇਹਨਾਂ ਦਾ ਮੈਂ ਆਪ ਨੂੰ ਵਾਕਫ ਕਰਾਉਣ ਵਾਸਤੇ ਇਹਨਾਂ ਦਾ ਨੈੱਟ 'ਤੇ ਬਾਇਓਡਾਟਾ ਦੇਖਿਆ ਤਾਂ ਇਹਨਾਂ ਦੀ ਜਿਹੜੀ ਲਿਸਟ ਸੀ ਕੁਆਲੀਫਿਕੇਸ਼ਨਸ ਦੀ ਔਰ ਅਚੀਵਮੈਂਟਸ ਦੀ ਔਰ ਪੋਜੀਸ਼ਨਸ ਹੈਲਡ ਦੀ ਉਹ ਬਹੁਤ ਹੀ ਲੰਬੀ ਸੀ। ਸੋ ਆਈ ਥਾਟ ਆਈ ਵਿਲ ਰਿਸਟ੍ਰਿਕਟ ਮਾਈ ਸੈਲਫ ਟੂ ਹਿਜ਼ ਲੇਟੈਸਟ ਪੋਜੀਸ਼ਨ ਹੀ ਹੈਜ਼ ਹੈਲਡ ਔਰ ਉਹਨਾਂ ਨੇ ਇਸ ਪੋਜੀਸ਼ਨ ਨੂੰ ਐਜ਼ ਅ ਮੈਂਬਰ ਆਫ ਨੈਸ਼ਨਲ ਮਾਈਨੋਰਿਟੀ ਕਮਿਸ਼ਨ ਦੇ ਮੈਂਬਰ ਦੇ ਨਾਤੇ ਇਹਨਾਂ ਨੇ ਜਿੰਨੀ ਡਾਇਨਾਮਿਜ਼ਮ ਔਰ ਐਂਥੂਜ਼ੀਆਜ਼ਮ ਨਾਲ ਇਹ ਸੇਵਾ ਨਿਭਾਈ ਹੈ ਉਹ ਅਸੀਂ ਖੁਦ ਦੇਖੀ ਹੈ। ਇਹ ਖੁਦ ਚੱਲ ਕੇ ਸੰਸਥਾਵਾਂ ਕੋਲ ਪਹੁੰਚਦੇ ਨੇ, ਉਹਨਾਂ ਦੀਆਂ ਲੋੜਾਂ ਨੂੰ ਸਮਝਦੇ ਨੇ ਅਤੇ ਗਵਰਨਮੈਂਟ ਤੱਕ ਲੈ ਕੇ ਜਾਂਦੇ ਨੇ, ਨਾ ਸਿਰਫ ਸਿੱਖਾਂ ਦੀਆਂ ਬਲਕਿ ਬਾਕੀ ਧਰਮਾਂ ਦੀਆਂ ਵੀ। ਅਸੀਂ ਜਦੋਂ ਇੱਕ ਵਾਰ ਇਹਨਾਂ ਨਾਲ ਸ਼ੇਅਰ ਕੀਤਾ ਕਿ ਇੰਸਟੀਟਿਊਟ ਫੀਲ ਕਰਦੀ ਹੈ ਕਿ ਇੱਕ ਬਹੁਤ ਅਹਿਮ ਪ੍ਰੋਜੈਕਟ ਹੈ ਜੋ ਕਿ ਟੇਕਅਪ ਕਰਨਾ ਚਾਹੀਦਾ ਹੈ ਪਰ ਵੱਡੇ ਲੈਵਲ ਦਾ ਹੈ, ਜੋ ਉਹ ਹੈ ਗੁਰੂ ਗ੍ਰੰਥ ਸਾਹਿਬ ਦੀ ਸਟੈਂਡਰਡ ਟਰਾਂਸਲੇਸ਼ਨ, ਤਾਂ ਇਹਨਾਂ ਨੇ ਤੁਰੰਤ ਸਾਨੂੰ ਸੁਝਾਅ ਦਿੱਤਾ ਕਿ ਤੁਸੀਂ ਇਹਦੀ ਪ੍ਰੋਜੈਕਟ ਰਿਪੋਰਟ ਬਣਾ ਕੇ ਮਾਈਨੋਰਿਟੀ ਕਮਿਸ਼ਨ ਨੂੰ ਸਬਮਿਟ ਕਰੋ ਔਰ ਯਕੀਨ ਦਿਵਾਇਆ ਕਿ ਮੈਂ ਉਸ ਨੂੰ ਫੋਲੋ ਅਪ ਕਰਾਂਗਾ। ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਡਾਕਟਰ ਸਾਹਿਬ ਆਪ ਜੀ ਦੇ। ਅਤੇ ਸਾਡੇ ਅੱਜ ਗੈਸਟ ਆਫ ਆਨਰ ਸਰਦਾਰ ਨਾਨਕ ਸਿੰਘ ਜੀ ਨਿਸ਼ਤਰ ਹੈਦਰਾਬਾਦ ਤੋਂ ਪਹੁੰਚੇ ਹਨ। ਇਹਨਾਂ ਨੂੰ ਵੀ ਮੈਂ ਬਹੁਤ ਜੀ ਆਇਆਂ ਆਖਦੀ ਹਾਂ। ਇਹਨਾਂ ਨਾਲ ਇੰਸਟੀਟਿਊਟ ਦਾ ਇੱਕ ਖਾਸ ਰਿਸ਼ਤਾ ਹੈ। ਅਸੀਂ ਜਦੋਂ ਵੀ ਇਹਨਾਂ ਨੂੰ ਯਾਦ ਕਰਦੇ ਹਾਂ ਤੇ ਇਹ ਜ਼ਰੂਰ ਸਾਡੇ ਕੋਲ ਪਹੁੰਚਦੇ ਹਨ। ਇਹ ਇੱਕ ਸੋਸ਼ਲ ਸਾਇੰਟਿਸਟ ਹਨ ਫਾਰ ਐਕਸਲੈਂਸ ਔਰ ਆਪਣੇ ਇਲਾਕੇ ਵਿੱਚ ਇਹ ਹਰ ਤਰ੍ਹਾਂ ਦੇ ਲੋਕਾਂ ਨਾਲ ਇਹਨਾਂ ਦਾ ਬਹੁਤ ਵਧੀਆ ਰਸੂਖ ਹੈ ਔਰ ਇਹ ਉੱਥੇ ਵੀਕਰ ਸੈਕਸ਼ਨਸ ਨੂੰ ਇੰਪਾਵਰ ਕਰਨ ਵਿੱਚ ਵੀ ਰੁੱਝੇ ਹੋਏ ਹਨ। ਸੋ I would say ਕਿ he is a true ambassador of Sikhi in that area and wherever he goes. ਸਾਡੇ ਦੂਸਰੇ ਗੈਸਟ ਆਫ ਆਨਰ ਸਰਦਾਰ ਸੁਰਜੀਤ ਸਿੰਘ ਜੀ ਖੁੰਗਰ ਔਰੰਗਾਬਾਦ ਤੋਂ ਆਏ ਹਨ। ਇਹ ਮਹਾਰਾਸ਼ਟਰ ਵਿੱਚ ਉਹਨਾਂ ਦੀ ਮਾਈਨੋਰਿਟੀ ਕਮਿਸ਼ਨ ਦੇ ਮੈਂਬਰ ਹਨ ਔਰ 1987 ਤੋਂ ਇਹ ਮਾਈਨੋਰਿਟੀਜ਼ ਔਰ ਵੰਜਾਰਾਜ਼ ਵਾਸਤੇ ਕੰਮ ਕਰ ਰਹੇ ਹਨ। ਇਹਨਾਂ ਦਾ ਇਹ ਆਪਣੇ ਲੋਕਾਂ ਵਾਸਤੇ ਤਾਂ ਹਮੇਸ਼ਾ ਅਵੇਲੇਬਲ ਰਹਿੰਦੇ ਹਨ, ਨਾਲ ਹੀ ਇਹਨਾਂ ਦਾ ਗਵਰਨਮੈਂਟ ਆਫਿਸਿਸ ਵਿੱਚ ਵੀ ਬਹੁਤ ਪਹੁੰਚ ਹੈ ਜਿਸ ਕਰਕੇ ਇਹ ਆਪਣੀ ਜ਼ਿੰਮੇਵਾਰੀ ਨੂੰ ਬਹੁਤ ਬਖੂਬੀ ਨਿਭਾ ਸਕਦੇ ਹਨ ਔਰ ਕਰ ਰਹੇ ਹਨ। ਇਸ ਸਾਡਾ ਅੱਜ ਦਾ ਵਿਸ਼ਾ ਜਿਵੇਂ ਕਿ ਆਪ ਜਾਣਦੇ ਹੋ ਅਪਲਿਫਟਿੰਗ ਦ ਨਿਗਲੈਕਟਡ ਸੈਕਸ਼ਨਸ ਆਫ ਸਿੱਖਸ ਹੈ ਔਰ ਅੱਜ ਦਾ ਦਿਨ ਅਸੀਂ ਵੰਜਾਰਾਜ਼ ਨੂੰ ਲਿਆ ਹੈ। ਇਹਨਾਂ 'ਤੇ ਅਸੀਂ ਡਿਟੇਲ ਵਿੱਚ ਗੱਲਬਾਤ ਕਰਨੀ ਹੈ। ਇੰਸਟੀਟਿਊਟ ਵੀ 2 ਦਹਾਕਿਆਂ ਤੋਂ ਇਸ ਇਸ਼ੂ ਨੂੰ ਇਸ ਦੀ ਅਵੇਅਰਨੈਸ ਕੈਂਪੇਨ ਚਲਾ ਰਹੀ ਹੈ। ਆਪਣੇ ਜਰਨਲ ਵਿੱਚ ਫਰਮ ਟਾਈਮ ਟੂ ਟਾਈਮ ਇਹਨਾਂ ਬਾਰੇ ਆਰਟੀਕਲਸ ਕੱਢ ਵੀ ਰਹੀ ਹੈ ਤਾਂ ਕਿ ਲੋਕਾਂ ਵਿੱਚ ਅਵੇਅਰਨੈਸ ਫੈਲੇ ਔਰ ਉਦੋਂ ਦਾ ਹੀ ਇੰਸਟੀਟਿਊਟ ਦੇ ਮੈਂਬਰਸ ਨੇ ਇੱਕ ਟਰਸਟ ਵੀ ਇਹਨਾਂ ਵਾਸਤੇ ਸਥਾਪਿਤ ਕੀਤਾ ਹੋਇਆ ਜੋ ਕਿ ਅੱਜ ਵੀ ਇਹਨਾਂ ਦੀ ਸੇਵਾ ਵਿੱਚ ਲੱਗਿਆ ਹੋਇਆ ਹੈ। ਸੋ ਟੈਕਨੀਕਲ ਐਜੂਕੇਸ਼ਨ ਪ੍ਰੋਪਰ ਐਜੂਕੇਸ਼ਨ ਦੇ ਨਾਲ ਇਹ ਬਹੁਤ ਜ਼ਰੂਰੀ ਹੈ ਜੋ ਸਾਡੀਆਂ ਗੁੱਡ ਵੈਲਿਊਜ਼ ਹੈਗੀਆਂ। ਅੱਜ ਨੂੰ ਤੁਸੀਂ 50 ਸਾਲ 100 ਸਾਲ ਪਹਿਲੇ ਦੇਖੋ, ਇਕਨੋਮਿਕਲੀ ਇੰਡੀਆ ਵਾਜ਼ ਨਾਟ ਡਿਵੈਲਪਡ ਬਟ ਆਈ ਥਿੰਕ spiritually as a country we were far more developed at that time. ਮੇਰੇ ਖਿਆਲ ਇਹ ਚੀਜ਼ਾਂ ਸਾਡੀ ਐਜੂਕੇਸ਼ਨ ਸਿਸਟਮ 'ਚ ਲਿਆਉਣੀਆਂ ਬਹੁਤ ਜ਼ਰੂਰੀ ਹੈ। ਇੱਦਾਂ ਜੀ ਸਿੱਧੀ ਜੀ ਗੱਲ ਸੀ, ਮੈਂ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਤੋਂ ਇੰਜੀਨੀਅਰਿੰਗ ਕੀਤੀ। ਅੱਜ ਤੋਂ 50 ਸਾਲ ਪਹਿਲੇ ਚੰਡੀਗੜ੍ਹ 'ਚ ਇੱਕ ਇੰਡਸਟਰੀ 'ਚ started working ਲੇਕਿਨ ਉਸ ਵੇਲੇ ਇੱਕ ਇੰਜੀਨੀਅਰ ਨੂੰ ਜਿੱਥੇ ਮੈਂ ਆਪਣੇ ਲੋਕਾਂ ਨੂੰ ਆਪਣੇ ਵਰਕਰਸ ਨੂੰ ਕੁਝ ਗਾਈਡ ਨਹੀਂ ਕਰ ਸਕਦਾ ਸੀ, I was very frustrated. ਉਹਦੇ ਬਾਅਦ ਮੈਂ 4 ਸਾਲ ਸਵਿਸ ਇੰਸਟੀਚਿਊਟ 'ਚ ਆਪਣੇ ਆਪ ਹੱਥਾਂ ਨਾਲ ਕੰਮ ਕੀਤਾ, ਮਸ਼ੀਨਾਂ ਚਲਾਈਆਂ, ਟਰਨਿੰਗ, ਮਿਲਿੰਗ, ਗ੍ਰਾਈਂਡਿੰਗ, ਬੈਂਚ ਵਰਕ ਕੀਤਾ ਹੈ। ਉਹਦੇ ਬਾਅਦ ਜਿਹੜਾ ਕੌਨਫੀਡੈਂਸ ਆਇਆ ਹੈਗਾ, ਫਿਰ ਮੈਂ ਹੈਦਰਾਬਾਦ ਜਾ ਕੇ ਇੱਕ ਸਵਿਸ ਕੰਪਨੀ 'ਚ ਕੰਮ ਕੀਤਾ, ਉੱਥੇ ਡਿਫੈਂਸ ਪ੍ਰੋਜੈਕਟ ਕੁਝ ਲਗਾਏ, ਉਹਨਾਂ ਦੀਆਂ ਪ੍ਰੋਡਕਸ਼ਨ ਆਰਮ ਟਾਈਮ ਪੀਸਿਸ ਦੀ ਪ੍ਰੋਡਕਸ਼ਨ ਵਧਾਈ। 81 'ਚ ਫਿਰ
ਮੈਂ ਆਪਣੀਆਂ ਫੈਕਟਰੀ ਚਾਲੂ ਕੀਤੀ ਹੈ, ਸਾਰੀਆਂ ਪ੍ਰੋਡਕਟ ਜੋ ਇੰਡੀਆ 'ਚ ਪਹਿਲੇ ਕਦੀ ਨਹੀਂ ਬਣੇ ਸੀ ਉਹ ਬਣਾਏ। ਇੱਥੇ ਪਾਲ ਬੈਠਾ ਹੋਇਆ ਹੈ, ਇਹਨਾਂ ਦਾ ਵੀ ਤੁਸੀਂ ਕੰਮ ਸੁਣੋਗੇ ਕਦੀ ਜੋ ਕਰ ਰਹੇ ਹੈ। ਸੋ ਅਸੀਂ ਸਾਰੇ ਪ੍ਰੋਡਕਟ, ਵਾਚ ਗੀਅਰਸ, ਟॉयलेट ਫਿਟਿੰਗਸ, ਪੈਕੇਜਿੰਗ ਮਟੀਰੀਅਲ ਫॉर ਦੀ ਫਰਸਟ ਟਾਈਮ ਇਨ ਦੀ ਕੰਟਰੀ। ਔਰ ਤੁਸੀਂ ਪੁੱਛ ਰਹੇ ਹੋ, ਤੁਹਾਨੂੰ ਦੱਸ ਰਿਹਾ, ਇਹ ਸਾਰੇ ਜਿਹੜੇ ਯੂਰਪੀਅਨਸ ਹੈਗੇ, ਅਮਰੀਕਨ ਸੀਗੇ, they never thought that we'll be able to do it ourselves. ਲੇਕਿਨ ਉਹ ਇਹ ਟ੍ਰੇਨਿੰਗ ਸੀ, ਉਹ ਹੱਥਾਂ ਨਾਲ ਕੰਮ ਕਰਨ ਦਾ ਜਿਹੜਾ ਤਜਰਬਾ ਸੀਗਾ ਉਹਦੇ ਨਾਲ ਪੋਸੀਬਲ ਸੀ। ਔਰ ਐਸੇ ਕਰਕੇ ਮੇਰੇ ਵਾਈਫ ਸੁਦਾ ਬੈਠੀ ਇੱਥੇ, ਜਿਸ ਦਿਨ ਅਸੀਂ ਵੈਨ ਆਈ ਵਾਸ 60 years old, ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਇੰਸਟੀਚਿਊਟ ਮੈਂ ਸੋਚਿਆ ਸੀ ਲਗਾਉਣਾ ਹੈ, ਐਂਡ ਸ਼ੀ ਟੋਲਡ ਮੀ ਕਿੱਥੇ ਗਾ ਟਾਈਮ, ਅੱਜ ਹੀ ਤੁਸੀਂ 17-18 ਘੰਟੇ ਦਿਨ 'ਚ ਕੰਮ ਕਰਦੇ ਹੋ, ਇੰਸਟੀਚਿਊਟ ਨਹੀਂ ਚੱਲੇਗਾ। ਮੈਂ ਕਿਹਾ ਗੱਲ ਸੁਣ, ਰੱਬ ਨੇ ਇੰਨਾ ਹੀ ਟਾਈਮ ਦਿੱਤਾ ਹੈ, ਉਹ ਤੋਂ ਬਾਅਦ ਦਿੱਤਾ ਨਹੀਂ ਹੈ, ਜੇ ਲਗਾਉਣਾ ਤੇ ਅੱਜ ਹੀ ਲਗਾ ਲੈਣਾ। 60 years ਜਿੱਥੇ ਸਾਡੀ that birthday we started the institute। ਅੱਜ 11 ਸਾਲ ਤੋਂ ਅਸੀਂ ਹੈ, ਲੜਕੀਆਂ ਨੂੰ ਟ੍ਰੇਨ ਕੀਤਾ ਹੈ, 100% employment ਹੈ, and it's possible। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 300 ਸਾਲਾ ਮਨਾਇਆ ਜਾ ਰਿਹਾ ਦੇਹਰਾਦੂਨ 'ਚ 10 ਸਟੇਜ ਫੈਕਟਰੀ ਸੀਗਾ। ਉੱਥੇ ਇੱਕ ਦੇਹਰਾਦੂਨ ਪਾਟਰਾ ਆਬਾਦੀ ਵੀ ਬਹੁਤ ਹੈਗੀ ਹੈ, ਤਿਗਲੀਗੜ੍ਹ, ਬੰਜਾਰਾ, ਪਾਟਰਾ, ਤਿੰਨਾਂ ਦੀ ਆਬਾਦੀ ਦੇਹਰਾਦੂਨ 'ਚ ਕਾਫੀ ਹੈਗੀ ਹੈ। ਪਾਟਰਾ ਆਬਾਦੀ ਦੀ ਇੱਕ ਬੀਬੀ ਇੰਦਰਜੀਤ ਕੌਰ, ਉਹਨੇ ਲੈਕਚਰ ਦਿੱਤਾ ਕਿ ਮੈਂ ਵੇਖ ਰਹੀ ਹਾਂ ਕਿ 300 ਸਾਲਾ ਤੇ ਬਹੁਤ ਸ਼ਾਨਦਾਰ ਨਗਰ ਕੀਰਤਨ ਪੂਰੀ ਇੰਡੀਆ 'ਚ ਕੱਢਿਆ ਗਿਆ। 300 ਟਾਈਪ ਦੇ ਖਾਣੇ ਬਣੇ ਹਜੂਰ ਸਾਹਿਬ, 1000 ਕਰੋੜ ਰੁਪਇਆ ਹਜੂਰ ਸਾਹਿਬ ਦੀ ਡੈਕੋਰੇਸ਼ਨ ਉਹਨੂੰ ਠੀਕ ਕਰਨ ਤੇ ਲਗਾ ਦਿੱਤਾ ਗਿਆ। ਇਹ ਕਿਸ ਵਾਸਤੇ? ਕਿ ਮੇਰੀ ਖੁਸ਼ੀ ਹੈ, ਮੇਰਾ ਗੁਰੂ ਹੈ, ਮੈਂ ਉਹਨੂੰ ਸ਼ਾਨਦਾਰ ਨਾਲ ਮਿਲਾਵਾਂ 300 ਸਾਲ। ਔਰ ਉਹਨੇ ਕਿਹਾ ਕਿ ਗੁਰੂ ਕੋਲ ਕਦੀ ਸਵਾਲ ਕੀਤਾ ਕਿ ਤੈਨੂੰ ਕੀ ਚਾਹੀਦਾ 300 ਸਾਲ ਤੇ? ਉਹਨੇ ਕਿਹਾ ਮੇਰੀ ਆਤਮਾ ਕਹਿੰਦੀ ਹੈ ਅਗਰ ਸਵਾਲ ਕਰੋ ਤੇ ਗੁਰੂ ਕਹੇਗਾ ਮੈਨੂੰ ਬਹੁਤ ਵੱਡੀਆਂ ਬਿਲਡਿੰਗਾਂ ਨਹੀਂ ਚਾਹੀਦੀਆਂ, ਮੈਨੂੰ ਸੋਨੇ ਦੇ ਗੁੰਬਦ ਨਹੀਂ ਚਾਹੀਦੇ, ਮੈਨੂੰ ਬਹੁਤ ਮਹਿੰਗੇ ਰੁਮਾਲੇ ਨਹੀਂ ਚਾਹੀਦੇ, ਮੈਨੂੰ ਚਾਹੀਦੇ ਨੇ ਤੇ ਸੋਨੇ ਵਰਗੇ ਸਿੱਖ ਚਾਹੀਦੇ ਨੇ, ਉਹ ਤਿਆਰ ਕਰ ਸਕੋ। ਉਹਨੇ ਕਿਹਾ ਮੈਂ ਜਿਹੜੀ ਕਲੋਨੀ 'ਚ ਰਹਿੰਦੇ ਹਾਂ 200 ਪਰਿਵਾਰ ਐਸੇ ਨੇ ਜਿਹੜੇ 8ਵੀਂ ਤੋਂ ਬਾਅਦ ਆਪਣੀਆਂ ਬੱਚਿਆਂ ਨੂੰ ਪੜ੍ਹਾਉਂਦੇ ਨਹੀਂ ਨੇ, 15 ਸਾਲ 'ਚ ਵਿਆਹ ਕਰ ਦਿੰਦੇ ਨੇ। ਮੈਂ ਲੜ ਕੇ ਆਪਣੇ ਪਾਪਾ ਨੂੰ ਕਿਹਾ ਕਿ ਮੈਂ ਟਿਊਸ਼ਨ ਕਰਕੇ ਪੜ੍ਹ ਲਾਂਗੀ, ਤੁਸੀਂ ਮੇਰਾ ਵਿਆਹ ਨਾ ਕਰੋ। ਅੱਜ ਮੈਂ MSc ਮੈਥਮੈਟਿਕਸ ਦੀ ਕਰ ਰਹੀ ਹਾਂ ਔਰ ਆਪਣੀ ਟਿਊਸ਼ਨ ਲਾ ਕੇ ਮੈਂ ਕਰ ਰਹੀ ਹਾਂ। ਇਹਨਾਂ ਬੱਚਿਆਂ ਨੂੰ ਕੌਣ ਪੜ੍ਹਾਏਗਾ, ਕੌਣ ਕਰੇਗਾ, ਕੌਣ ਗੁਰੂ ਨੂੰ ਸਹੀ ਸ਼ਰਧਾਂਜਲੀ 300 ਸਾਲ ਦੀ ਦੇਗਾ? ਉਹਦੀ ਬੱਚੀ ਦੇ ਲੈਕਚਰ ਤੋਂ ਬਾਅਦ ਦਾਸ ਨੇ ਖੜੇ ਹੋ ਕੇ ਕਿਹਾ ਕਿ ਬਾਕੀ ਤੇ ਮੈਂ ਕਹਿ ਨਹੀਂ ਸਕਦਾ, ਦੇਹਰਾਦੂਨ 'ਚ ਇੱਕ ਆਫਿਸ ਖੁੱਲੇਗਾ ਜਿੱਥੇ ਤੇਰੇ ਵਰਗੀ ਕੋਈ ਬੱਚੀ, ਕੋਈ ਬੱਚਾ ਇਹ ਨਹੀਂ ਕਹੇਗਾ ਕਿ ਪੈਸੇ ਕਰਕੇ ਮੈਂ ਪੜ੍ਹ ਨਹੀਂ ਸਕਿਆ। ਉਸ ਤੋਂ ਬਾਅਦ ਅਸੀਂ ਉਹਦੀ ਪਲਾਨਿੰਗ ਬਣਾਈ, ਸਿਰਫ 5 ਗੋਲਕਾਂ ਬਣਾਈਆਂ ਜਿਹੜੀਆਂ ਮੈਂ ਆਪਣੇ ਜਾਣ ਪਛਾਣ ਦੇ ਘਰ ਰੱਖਿਆ ਕਿ ਰੋਜ਼ ਤੁਸੀਂ ਇਹਦੇ 'ਚ ਕੁਝ ਨਾ ਕੁਝ ਪਾਣਾ। ਇਹ ਸੋਚੋ ਕਿ ਮੈਂ ਇੱਕ ਸਿੱਖ ਬੱਚਾ ਪੜ੍ਹਾਉਣਾ। ਉਹ 25 ਗੋਲਕਾਂ ਚੋਂ 1 ਲੱਖ ਇਕੱਠਾ ਹੋਇਆ। ਅਸੀਂ 34 ਤਿਗਲੀਗੜ੍ਹ ਬੱਚੇ ਜਿਹੜੇ ਬਹੁਤ ਹੀ ਗਰੀਬ ਸਨ ਉਹਨਾਂ 'ਚੋਂ ਚੁਣੇ, ਅਸੀਂ ਉਹਨਾਂ ਨੂੰ ਅਸੀਂ ਚੰਗੇ ਸਕੂਲ 'ਚ ਪੜ੍ਹਾਇਆ। ਜਦੋਂ ਸਕੂਲ 'ਚ ਪਾਇਆ 15 ਦਿਨਾਂ ਬਾਅਦ ਪ੍ਰਿੰਸੀਪਲ ਦਾ ਮੈਨੂੰ ਮੈਸੇਜ ਆ ਗਿਆ ਕਿ ਤੁਸੀਂ ਬਹੁਤ ਜ਼ਿਆਦਾ ਕਿਹਾ ਸੀ ਕਿ ਅਸੀਂ ਸਾਰਾ ਖਰਚਾ ਕਰਾਂਗੇ, ਟਿਊਸ਼ਨ ਲਾਵਾਂਗੇ, ਇਹ ਕਰਾਂਗੇ, ਅਸੀਂ ਇਹ ਬੱਚੇ ਪਾ ਦਿੱਤੇ ਨੇ, ਪਰ ਸਾਡੇ ਸਕੂਲ 'ਚ ਦੂਜੇ ਪੇਰੈਂਟਸ ਆ ਰਹੇ ਨੇ ਕਿ ਅਸੀਂ ਬੱਚੇ ਕਢਾ ਲਾਂਗੇ, ਬੱਚੇ ਬੜੇ ਗੰਦੇ ਆਉਂਦੇ ਨੇ। ਸਾਡੇ ਬੱਚੇ ਆ ਕੇ ਦੱਸਦੇ ਨੇ ਕਿ ਉਹ ਮੂੰਹ 'ਚੋਂ ਬੋ ਆਉਂਦੀ ਹੈ, ਬੁਰਸ਼ ਨੇ ਕਰਕੇ ਆਉਂਦੇ, ਥੋੜ੍ਹੀ ਦੇਰ ਬਾਅਦ ਕਿਸੇ ਨੂੰ ਪਾਰਟੀ ਆ ਜਾਂਦੀ ਹੈ, ਕੁਝ ਹੋ ਜਾਂਦਾ। ਮੈਂ ਉਹਨੂੰ ਕਿਹਾ ਮੈਡਮ ਮੈਨੂੰ 1 ਮਹੀਨੇ ਦਾ ਟਾਈਮ ਦਿਓਗੇ? ਬੜੀ ਮੁਸ਼ਕਲ ਨਾਲ ਅਸੀਂ ਇਹ ਬੱਚਿਆਂ ਨੂੰ ਚੰਗੇ ਸਕੂਲ ਪਾਇਆ, ਤੁਹਾਡੇ ਸਕੂਲ ਪਾਇਆ, ਕੋਈ ਸਕੂਲ ਲੈਣ ਨੂੰ ਤਿਆਰ ਨਹੀਂ ਸੀ। ਕਹਿਣ ਲੱਗੀ ਠੀਕ ਹੈ। ਮੈਂ ਉਸ ਗੁਰਦੁਆਰੇ 'ਚ ਉਹਨਾਂ ਦੇ ਰੇਸ ਗਏ, ਉੱਥੇ ਸਾਰੇ ਮਾਂ ਪਿਓ ਨੂੰ ਇਕੱਠਾ ਕੀਤਾ। ਅਸੀਂ ਕਿਹਾ ਕਿ ਦਿਮਾਗ 'ਚੋਂ ਕੱਢ ਦਿਓ ਕਿ ਇਹਨਾਂ ਬੱਚਿਆਂ ਨੇ ਛੁਰੀਆਂ ਚਾਕੂ ਬਣਾਉਣੇ ਨੇ। ਹਾਂ, ਜਿਹੜਾ ਨਹੀਂ ਪੜ੍ਹ ਸਕੇਗਾ ਕੁਦਰਤ ਵੱਲੋਂ ਅਸੀਂ ਦੇਖਾਂਗੇ ਉਹਨੂੰ ਕੀ ਬਣਨਾ ਉਹ ਕਰੇਗਾ, ਲੇਕਿਨ ਜਿਹੜੇ ਬੱਚੇ ਪੜ੍ਹ ਸਕਦੇ ਨੇ, ਅੱਜ ਸੋਚੋ ਮੇਰਾ ਬੱਚਾ ਡਾਕਟਰ ਹੈ, ਮੇਰਾ ਬੱਚਾ ਇਨਕਮ ਟੈਕਸ ਆਫਿਸਰ ਹੈ, ਮੇਰਾ ਬੱਚਾ ਬੈਂਕ ਮੈਨੇਜਰ ਹੈ, ਮੇਰਾ ਬੱਚਾ ਪ੍ਰੋਫੈਸਰ ਹੈ, ਮੇਰਾ ਬੱਚਾ ਬਹੁਤ ਵੱਡਾ ਇੰਡਸਟਰੀਲਿਸਟ ਹੈ। ਉਸ ਤਰੀਕੇ ਨਾਲ ਤਿਆਰ ਕਰੋ। ਗੁਰਸਿੱਖ ਐਜੂਕੇਸ਼ਨ ਸੁਸਾਇਟੀ ਤੁਹਾਨੂੰ ਬੱਸ ਵੀ ਦੇ ਰਹੀ ਹੈ, ਤੁਹਾਡੇ ਏਰੀਏ ਦੇ ਵਿੱਚ ਤੁਹਾਡੇ ਬੱਸ ਵੀ ਖੜੀ ਹੋ ਜਾਂਦੀ ਹੈ ਬੱਚਿਆਂ ਨੂੰ ਲੈਣ ਵਾਸਤੇ, ਟਿਊਸ਼ਨ ਵੀ ਹੈਲਪ ਕਰੀਏ। ਤੁਸੀਂ ਇਤਨਾ ਕੰਮ ਨਹੀਂ ਕਰ ਸਕਦੇ। 15 ਦਿਨਾਂ ਬਾਅਦ ਫਿਰ ਪ੍ਰਿੰਸੀਪਲ ਨੇ ਮੈਨੂੰ ਬੁਲਾਇਆ। ਮੈਂ ਕਿਹਾ ਸ਼ਾਇਦ ਹੋਰ ਸ਼ਿਕਾਇਤ ਆ ਗਈ। ਕਹਿਣ ਲੱਗੀ ਮਿਸਟਰ ਬਿੰਦਾ ਥੈਂਕ ਕਿ ਇਹ ਬੱਚੇ ਸਾਡੇ ਸਕੂਲ ਦੇ ਸਭ ਤੋਂ ਸਮਾਰਟ ਬੱਚੇ ਨੇ। ਔਰ ਅੱਜ ਦੇਹਰਾਦੂਨ ਦੇ ਵਿੱਚ ਅਸੀਂ 5.5 ਸਾਲ ਹੋਏ ਨੇ, 3 ਸਾਲਾਂ ਤੋਂ ਬਾਅਦ ਇਸ ਟਾਈਮ 350 ਬੱਚਾ ਸਾਡੇ ਕੋਲ ਪੜ੍ਹ ਰਿਹਾ ਹੈ, ਜਿਹਦੇ 'ਚ ਬੈਠੇ ਨੇ ਸਾਡੇ ਕੋਲ
ਮੁਰੂ ਸਾਹਿਬ ਵਾਲੇ ਵੀ ਇੱਕ ਬੱਚੇ ਇਹਨਾਂ ਨੇ ਹੈਲਪ ਕੀਤੀ 6,40,000 ਦਾ ਕੋਰਸ ਕਰ ਰਹੀ ਹੈ ਭੱਟਰ ਬਰਾਦਰੀ ਦੀ ਬੱਚੀ, ਜਿਸ ਨੇ ਇੱਕ ਲੈਟਰ ਲਿਖੀ ਹੈ। ਉਹਨੇ ਕਿਹਾ ਮੈਂ ਆਪਣੇ ਹੋਸਟਲ 'ਚ ਸੋਚਦੀ ਪਈ ਸੀ ਕਿ ਅਗਰ ਦੇਹਰਾਦੂਨ 'ਚ ਗੁਰਸਿੱਖ ਐਜੂਕੇਸ਼ਨ ਸੋਸਾਇਟੀ ਦਾ ਦਫ਼ਤਰ ਨਾ ਹੁੰਦਾ, ਉਹ ਦੇਹਰਾਦੂਨ 40 ਗੁਰਦੁਆਰੇ ਨੇ ਔਰ ਮੈਂ ਹਰ ਗੁਰਦੁਆਰੇ ਜਾਂਦੀ ਕਿ ਮੈਂ 6,40,000 ਦਾ ਕੋਰਸ ਕਰਨਾ ਹੈ, ਉਹ ਪੈਸੇ ਤੁਹਾਨੂੰ ਬਾਅਦ 'ਚ ਵਾਪਸ ਕਰ ਦਿਆਂਗੀ। ਕਹਿੰਦੀ ਮੇਰੀ ਆਤਮਾ ਨੇ ਕਿਹਾ ਹਰਜਿੰਦਰ ਕੌਰ 6,40,000 ਤੇ ਬੜੀ ਵੱਡੀ ਗੱਲ ਹੈ, ਕਿਸੇ ਗੁਰਦੁਆਰੇ ਨੇ ਤੁਹਾਨੂੰ 6,000 ਵੀ ਨਹੀਂ ਦੇਣਾ ਸੀਗਾ। ਉਹ ਕਹਿੰਦੀ ਮੈਨੂੰ ਪੰਥ ਜਵਾਬ ਦੇਵੇ ਕਿ ਕੁਐਸਚਨ ਮਾਰਕ ਕੀਤਾ ਹੈ ਕਿ ਦੇਹਰਾਦੂਨ 'ਚ 40 ਗੁਰਦੁਆਰੇ ਗੁਰੂ ਦਾ ਘਰ ਨੇ ਜਾਂ ਗੁਰਸਿੱਖ ਐਜੂਕੇਸ਼ਨ ਸੋਸਾਇਟੀ ਗੁਰੂ ਦਾ ਘਰ ਹੈ। ਔਰ ਸਾਡੀ ਸੋਸਾਇਟੀ 'ਚ ਕੋਸ਼ਿਸ਼ ਕਰਦੇ ਹਾਂ ਕਿ 90% ਸਾਡਾ ਪੰਥ, ਕਿਉਂਕਿ ਸਾਡੇ ਪੰਥ ਦਾ ਨਿਸ਼ਾਨਾ ਬਹੁਤ ਵੱਡਾ ਹੈ, ਸਰਬੱਤ ਦਾ ਭਲਾ। ਸਰਬੱਤ ਦਾ ਭਲਾ ਕੱਲਾ ਕੱਲਾ ਨਹੀਂ ਕਰ ਸਕਦਾ, ਪੂਰਾ ਪੰਥ ਜਿਤਨੇ ਵੀ ਕਰੋੜ 2.5 ਕਰੋੜ ਕਰ ਲਓ 5 ਕਰੋੜ ਅੰਦਾਜ਼ਾ ਜੋ ਵੀ ਲਾ ਲਓ, ਜਿਸ ਦਿਨ ਸਾਰੇ ਪੰਥ ਨੂੰ ਹਟਾ ਦਈਏ ਔਰ ਸਰਬੱਤ ਦੇ ਭਲੇ ਲਈ ਚਲੀਏ ਤੇ ਮੈਂ ਸਮਝਦਾ ਹਾਂ ਕਿ ਗੁਰੂ ਨਾਨਕ की ਵਡਿਆਈ ਪ੍ਰਗਟ ਹੋਈ ਸਾਰੇ ਜੁਗੰਤਰ वाला तदे कर सकांगे। आज का पेपर मेरा वेयर डू द सिक्स स्टैंड, मैंने थोड़ी सी झटके दिए हैं क्योंकि मेरा मानना ये है कि बुलारे का काम है झंझोड़ कर उठाना सोते हुओं को, जबकि मेरी कौम खाली सो नहीं रही है, बेहोश है, मदहोश है, कोमा में है। सिक्खी की 550 की साल की तारीख में आज हम सबसे तारीख दौर से गुजर रहे हैं, सबसे तारीख दौर से। 550 साल में इतना तारीख दौर कभी नहीं आया था। हमारे सरों की कीमत लगी थी, फिर भी हम प्रफुल्लित थे, हमारा विश्वास दृढ़ विश्वास था हमारी फिलॉसफी में, और पक्के सिख थे। लेकिन आज ये दिमागी जंग जो लड़ी जा रही है इसके लिए हम तैयार नहीं थे, ना अब तैयार हैं। तो मैं अपने कौम से बेनती करना चाहता हूँ, ये दिमागी जंग की ख़तरे को महसूस करें और ये कोशिश करें कि ये दिमागी जंग भी लड़ी जाए और दिमाग की सतह पे लड़ी जाए। बहुत अच्छा हालत ये है पंजाब की। अगर मैं गलत कुछ बोल रहा हूँ तो मैं माफ़ी चाहता हूँ, लेकिन बड़े दुख के साथ ये बोलना पड़ रहा है मुझे। हिंदुस्तान आज़ाद होने के बाद, हिंदुस्तान की आज़ादी में हमारा 90% हिस्सा था, हम बड़ी शान से बोलते हैं और लोग मानते भी हैं। लेकिन हिंदुस्तान के आज़ाद होने के बाद से जो सर्कुलर निकला था वो ये था, किसी क्रिमिनल से इनके साथ सख्ती से निपटा जाए। इसको मैंने रेफ़र किया इसमें। उसके बाद से हमारे साथ जो भी सुलूक होता रहा आपके सामने है, लेकिन ये और बात है कि आपको फुर्सत नहीं है उसके बारे में गौर करें। लेकिन हम चूँकि एक समाजी साइंटिस्ट हैं, हम कोशिश ये करते हैं कि समाज में क्या हो रहा है उस पर नज़र रखें। गुज़िश्ता 50-55 साल से मेरा ये दीवानापन है, इसलिए जो है थोड़ा उस पर मेरी नज़र है। उसके बारे में मैं एक चीज़ बताऊँगा। इकबाल का बड़ा खूबसूरत शेर है, मशवरे ये हो रहे हैं बाग़बानों में, मशवरे ये हो रहे हैं बाग़बानों में, तुम्हें बर्बाद कर डालें तुम्हारे ही आशियानों में। वही हालत हमारी है। आज पंजाब सिक्खी का खबरस्तान बना हुआ है। आपको बुरा लगा तो भी मैं इस बात का अफसोस नहीं करूँगा, लेकिन मैं चाहूँगा अगर किसी को बुरा लगे तो ये मुझे बात करके साबित करे कि मैं गलत बोल रहा हूँ। हमारी क्या हालत है, सिवाय इसके कि हम जयकारे गजाने के और राज करेगा खालसा बोलने के नारों के अलावा हमारे पास कुछ भी नहीं। कौम को हम गलत रास्ते पर बहका रहे हैं। लोग सारे के सारे ब्रेन पावर से काम करते हैं, हम इमोशनल पावर पर बच्चों को, हमारे कौम को जो है बहका रहे हैं, उलझा रहे हैं उनको। सिवाय इसके हम अपनी गिद्दियाँ बरकरार रखें और इसके अलावा कुछ भी नहीं है। कौम के लिए कख भी नहीं कर रहे हैं हम, कौम को दफन कर रहे हैं। दूसरे माध्यम में ये बोलना चाहूँगा, आप ये बात महसूस कीजिए दूसरे कौम के लोग कैसा कर रहे हैं और हम क्या कर रहे हैं। मुसलमान, क्रिश्चियन, जैन जो तबका है उसका 94.1% लिटरेसी परसेंटेज है, उसका हाईएस्ट इन इंडिया। उसके बावजूद वो लोग अपने बच्चों के लिए कैसा करते हैं। और उन्होंने तो अपने कम्युनिटी को माइनॉरिटी कम्युनिटी में डिक्लेयर करवा लिया। सरकार के जितने फ़ायदे होते हैं सारे के सारे लोग उठाते हैं। हम अपना पैसा, अपना दसवन अपनी कौम पर खर्च करने के बजाय सरबत का भला, ठीक है भाई, सरबत का भला का मतलब क्या है। अरदास में हमेशा पढ़ते हैं सरबत का भला आता कब है, सारे मांगों के बाद में आखिरी में आता तेरे बहाने सरबत का भला। उसके लिए आप
उसके बहाने में परमात्मा से मांगो शरबत का भला, लेकिन अपने बच्चों को भूखा रखे, अपने बच्चों को नंगे रखे, अपने बच्चों को क्रिमिनल्स बना के, अपने बच्चों को बेरोजगार बना के अगर हम शरबत का भला की बात कर रहे हैं तो मैं नहीं समझता कि आप अक्लमंदी का काम कर रहे हैं। अगर मेरे बच्चे भूखे हैं और मैं पड़ोसियों के बच्चों को खिला रहा हूँ तो आप में से हर आदमी पकड़ के पूछेगा कि तेरे बच्चों का क्या हालत है, तू दूसरों के बच्चे की क्या कर रहा है। मैं उस तरफ आपकी तवज्जो दिलाना चाहता हूँ। वाहिगुरू जी का खालसा वाहिगुरू जी की फतेह। किसी ਜ਼ਾਬਤਾ ਤੋੜਨਾ मुनासिब नहीं होंदा, पर मैं क्योंकि अज निश्चित जी नाल मेरा वास्ता बहुत पुराना है और इत्थे जिथे ये काम कर रहे ने अपना सिक्रीगार या दूसरा का एक जिहड़ा उत्थे इह सिੱਖੀ ਦਾ प्रचार कर रहे हैं उस ਨੂੰ ਅਸੀਂ बहुत लोग वाकिफ नहीं। ਹੁਣ ਉੱਥੇ ਇਹਨਾਂ ਦੇ ਇਲਾਕੇ 'ਚ ਇਹ ਸਵਾਲ ਪੈਦਾ ਇੱਕ ਵਾਰੀ ਹੋ ਗਿਆ ਕਿ ਸਿੱਖ ਕੇਸ ਕਿਉਂ ਰੱਖਦੇ ਨੇ, ਕਿਉਂ ਨਹੀਂ ਘਟਾਉਂਦੇ। तो ਉੱਥੇ ਜਿਹੜੇ ਸਿੱਖ ਦੋਖੀ ਨੇ ਉਹਨਾਂ ਨੇ ਪ੍ਰਚਾਰ ਕੀਤਾ ਕਿ ਜਦੋਂ ਦੇਵੀ ਪ੍ਰਗਟ ਹੋਈ ਤਾਂ ਗੁਰੂ ਮਹਾਰਾਜ ਨੇ ਕਿਹਾ ਸਿੱਖ ਜਿੰਨੀ ਦੇਰ ਮੁਸਲਮਾਨ ਖਤਮ ਨਹੀਂ ਹੁੰਦੇ ਉਨੀ ਦੇਰ ਕੇਸ ਕਤਲ ਨਹੀਂ ਕਰਾਉਂਦੇ। ਇਹ ਹੈ ਪ੍ਰਚਾਰ ਜਿਹੜਾ ਉੱਥੇ ਹੋ ਗਿਆ। ਇੱਕ ਤਾਂ ਇਹ ਜਿਸ ਨੂੰ ਇਹ ਕਾਊਂਟਰ ਕਰ ਰਹੇ ਨੇ। ਦੂਸਰਾ ਉੱਥੇ ਪਿਛਲੇ ਸਾਲ ਹੀ ਇੱਕ ਗੁਰਦੁਆਰੇ ਦੇ ਲਾਗੇ ਇੱਕ ਕਿਸੇ ਦਾ ਵੈਲਡਰ ਹੈ ਮੁਸਲਮਾਨ ਸੀ, ਉਹਦੇ ਸਪਾਰਕ ਨਾਲ ਨਿਸ਼ਾਨ ਸਾਹਿਬ ਨੂੰ ਅੱਗ ਲੱਗ ਗਈ। ਉਸ ਨੂੰ ਇਹਨਾਂ ਨੇ ਜਿਹਨੂੰ ਕਹਿਣਾ ਚਾਹੀਦਾ ਕਮਿਊਨਲ ਰੰਗ ਨਹੀਂ ਦੇਣ ਦਿੱਤਾ। ਇਹ ਇਹਨਾਂ ਦੀ ਵਡਿਆਈ ਹੈ ਜਿਹੜੀ ਸਾਨੂੰ ਬਹੁਤਿਆਂ ਨੂੰ ਨਹੀਂ ਪਤਾ। ਇੰਸਟੀਚਿਊਟ ਆਫ ਸਿੱਖ ਸਟੱਡੀ ਨੂੰ ਬਕਾਇਦਾ ਪਹਿਲਾਂ ਘਰਾਂ 'ਚ ਮਿਲਦੇ ਸੀ ਵਾਰੀ ਨਾਲ, ਤੇ ਫਿਰ ਇਹਨੂੰ ਰਜਿਸਟਰ ਕਰਾਇਆ ਗਿਆ। ਇਹਦੇ ਬਾਨੀ ਮੈਂਬਰ ਜਿਹੜੇ ਸਨ, ਜਿਸ ਤਰ੍ਹਾਂ ਮੈਂ ਕੀਤਾ ਹੈ, ਉਹ ਸੱਜਣ ਸਨ। ਉਸ ਤੋਂ ਬਾਅਦ ਭਾਈ ਅਸ਼ੋਕ ਸਿੰਘ ਸੀਗਾ, ਭਾਈ ਬਲਜੀਤ, ਬੀਬੀ ਬਲਜੀਤ ਜੀ ਆਏ ਨਹੀਂ, ਮੇਰੇ ਖਿਆਲ ਵਿਚਾਰਿਆਂ ਦੀ ਸਿਹਤ ਉਹਨਾਂ ਦੀ ਠੀਕ ਨਹੀਂ ਅਜੇ। ਇਹਨਾਂ ਨੇ ਉਦਮ ਕਰਕੇ ਇਹ ਇੰਸਟੀਚਿਊਟ ਆਫ ਸਿੱਖ ਸਟੱਡੀ ਸ਼ੁਰੂ ਕੀਤੀ। ਔਰ ਜਦ ਦੀ ਇਹ ਬਣੀ ਹੈ, ਖੁਸ਼ੀ ਵਾਲੀ ਗੱਲ ਇਹ ਹੈ ਇਹ ਕਿਸੇ ਦੇ ਕੋਲੋਂ ਕਿਸੇ ਕਿਸਮ ਦੀ ਸਹਾਇਤਾ ਨਹੀਂ ਲੈਂਦੀ। ਇਹ ਜਦ ਦੇ ਇਕੱਠੇ ਹੋਏ ਨੇ ਸੱਜਣ, ਆਪਦੀ ਜਿੰਨੀ ਕੁ ਹਿੰਮਤ ਹੈ, ਜਿੰਨੇ ਕਿ ਇਹਨਾਂ ਦੀ ਮਾਇਕ ਜੋ ਕੈਪੈਸਿਟੀ ਹੈ, ਉਹਦੇ ਆਧਾਰ 'ਤੇ ਆਪਦੀ ਹਿੰਮਤ ਨਾਲ ਹੀ ਤਾਂ ਕਿ ਖਿਆਲਾਂ ਦੀ ਜਿਹੜੀ ਹੈਗੀ ਹੈ ਉਹ ਇੰਡੀਪੈਂਡੈਂਟ ਸਰਵੇ ਉਹਦੇ ਨਾਲ ਚੱਲਦੀ ਆਈ ਹੈ। ਉਸ ਤੋਂ ਬਾਅਦ ਇਹਦੇ 'ਚ ਸਾਰਿਆਂ ਨੇ ਹਿੱਸਾ ਪਾਇਆ ਕਿ ਪੰਜਾਬ 'ਚ ਲੋੜ ਇੰਨੀ ਹੈਗੀ ਐਜੂਕੇਸ਼ਨ ਦੀ, ਬਹੁਤ ਬੁਰੀ ਹਾਲਤ ਸੀ। ਜਦ ਦੇਖੀਏ ਇਹ 10 ਸਾਲ ਪਹਿਲਾਂ ਦੀ ਗੱਲ, ਬੱਚੇ ਮਜੂਸ, ਸਕੂਲ ਨਹੀਂ ਜਾਂਦੇ, ਪੈਸਾ ਨਹੀਂ ਹੈ, ਫੀਸ ਦੇਣ ਨੂੰ ਪੈਸਾ ਨਹੀਂ। ਸਾਡੀ ਪਹਿਲੀ ਵਿਜ਼ਿਟ ਮੁਕੰਦਪੁਰ ਸੀ, ਉੱਥੇ ਬੈਠੇ ਸੀ ਮੈਂ ਤੇ ਮਿਸਿਸ ਪ੍ਰਿੰਸੀਪਲ ਦੇ ਆਫਿਸ ਵਿੱਚ। ਥੋੜ੍ਹੀ ਦੇਰ ਬਾਅਦ ਦੇਖਿਆ ਵੀ 4-5 ਕੁੜੀਆਂ ਫਿਰੀ ਜਾਂਦੀਆਂ ਬਾਹਰ ਪ੍ਰਿੰਸੀਪਲ ਦੇ ਆਫਿਸ, ਪਰ ਇਹਨਾਂ ਨੂੰ ਅੰਦਰ ਨਹੀਂ ਆਉਣ ਦਿੰਦੇ। ਅਸੀਂ ਬਾਹਰ ਜਾ ਕੇ ਵਿੱਚ ਨਿਕਲੇ ਤਾਂ ਉਹਨਾਂ ਨੂੰ ਮਿਲੇ। ਉਹ ਸਾਰੀਆਂ ਕਹਿਣ ਜੀ ਅਸੀਂ ਰਿਕੁਐਸਟ ਕਰ ਰਹੇ ਇਹਨਾਂ ਨੂੰ, ਸਾਨੂੰ ਫੀਸ ਬਗੈਰ ਦਾਖਲ ਕਰ ਲਓ, ਸਾਡੇ ਬਾਪੂ ਜੀ ਨੇ ਉਹ ਸੀਡ ਖਰੀਦਣਾ ਐਤਕੀ, ਪੈਸੇ ਨਹੀਂ ਹੈਗੇ ਜੀ। ਇੱਦਾਂ ਦੀ ਗੱਲ ਸੀ। ਖੈਰ ਇਮੀਡੀਏਟਲੀ ਦਾ ਰਿਲੀਫ ਅਸੀਂ ਕਰਤਾ, ਉਸੇ ਵੇਲੇ ਬੱਚੇ ਦਾਖਲ ਕਰਾਤੇ। ਲੇਕਿਨ ਉਸ ਵੇਲੇ ਇੱਕਦਮ ਦਿਲ 'ਚ ਆਇਆ ਕਿ ਇਹ ਤਾਂ ਪਾਸਾ ਬਹੁਤ ਦੇਖਣ ਵਾਲਾ। ਉਦੋਂ ਫਿਰ ਅਸੀਂ ਬਹੁਤ ਜ਼ੋਰ ਨਾਲ ਪੜ੍ਹਾਈ ਕੀਤੀ ਔਰ 6 ਕਰੋੜ ਆਉਂਦਾ ਸੀ ਪੰਜਾਬ ਨੂੰ। ਤੁਸੀਂ ਮੰਨ ਨਹੀਂ ਸਕਦੇ, ਇਹ ਬੈਠੇ ਨੇ ਸਰਦਾਰ ਸਾਹਿਬ ਜਿਹੜੇ ਬੜੀ ਸਾਹਿਬ ਵਾਲੇ ਦਿੱਲੀ ਦੇ ਰੈਪਰੈਜ਼ੈਂਟੇਟਿਵ, ਇਹਨਾਂ ਨੂੰ ਪਤਾ ਕੀ ਹਾਲਤ ਸੀ, ਆ ਕੇ ਸਾਡੀ ਮਦਦ ਕੀਤੀ ਇਹਨਾਂ ਨੇ ਵੀ। ਤੇ ਅਸੀਂ 6 ਕਰੋੜ ਤੋਂ, ਛੋਟੀ ਸਟੋਰੀ ਮੈਂ ਪੂਰੀ ਨਹੀਂ ਦੱਸੂ, ਬਹੁਤ ਮਿਹਨਤ ਕਰਨੀ ਪਈ। ਐਪਲੀਕੇਸ਼ਨਾਂ ਬਦਲੀ ਕਰਾਉਣਾ ਪਈਆਂ, 6 ਸਰਟੀਫਿਕੇਟ ਚਾਹੀਦੇ ਸੀ, 1 ਕਰਵਾਇਆ। ਅੱਜ 350 ਕਰੋੜ 350 ਕਰੋੜ ਬਣਿਆ ਸੈਂਟਰ ਤੋਂ ਸਕਾਲਰਸ਼ਿਪ ਵਧਾ ਕੇ। ਤੇ ਉਹਦੇ ਨਾਲ ਤੁਸੀਂ ਮੰਨ ਨਹੀਂ ਸਕਦੇ, ਪੰਜਾਬ ਜਿਹੜਾ 19ਵਾਂ ਸੀਗਾ ਜਦ ਮੈਂ ਆਇਆ ਰਿਟਾਇਰ ਹੋ ਕੇ, ਬੜਾ ਅਫਸੋਸ ਸੀ ਕਿ ਅਸੀਂ ਨੰਬਰ 1 ਸੀਗੇ ਪੜ੍ਹਾਈ 'ਚ ਵੀ, ਖੇਲਾਂ 'ਚ ਵੀ, ਤੇ ਅਸੀਂ ਹੁਣ 19ਵੇਂ ਸੀ। ਉਹ ਵੀ ਪਤਾ ਨਹੀਂ ਕਿੱਦਾਂ, ਉਹ ਵੀ ਕਿਉਂ ਬਾਕੀ ਸਟੇਟਸ ਬਹੁਤ ਮਾੜੀਆਂ ਹੋਣੀਆਂ। ਇਹਨਾਂ 7 ਸਾਲ 'ਚ ਕੰਮ ਕਰਨ ਤੋਂ ਬਾਅਦ ਜੈਨੂਅਲੀ HRD ਮਿਨਿਸਟਰੀ ਨੇ ਆਫੀਸ਼ੀਅਲੀ ਕੱਢਿਆ, ਕਟਿੰਗ ਹੈਗੀ ਮੇਰੇ ਕੋਲ ਟ੍ਰਿਬਿਊਨ ਦੀ, ਪੰਜਾਬ ਉੱਪਰ ਨੂੰ ਆ ਰਿਹਾ
इस वेले 7वें ते पहुंच गया। कुछ चीज़ां 9वें पर ओवरऑल 7वें। 4 एस्पेक्ट्स विच जज करते ने। फर्स्ट आउटपुट ऑफ कोर्स, सैकेंड मैं बच्चे किन्ने छड़ के जा रहे स्कूल उस सेंसिस। दूसरे इंफ्रास्ट्रक्चर, पढ़ाई का इंफ्रास्ट्रक्चर कितना, पढ़ाइयाँ टीचर्स कितना दी, और डेडिकेशन टू द कॉज, ओवरऑल गुड सिलेबस ਉਹਦੇ 'ਚ ਅਸੀਂ ਉੱਪਰ ਆ ਗਏ। ਸੋ ਇਹਨਾਂ ਕੀਤਾ। ਹਾਲੇ ਵੀ ਤਸੱਲੀ ਬਿਲਕੁਲ ਨਹੀਂ, ਬੱਚੇ ਹਾਲੇ ਵੀ ਮੌਜੂਦ ਹੋ, ਨਸ਼ਿਆਂ ਨੇ ਲੈ ਲਏ। ਨੌਕਰੀਆਂ ਦੀ ਲੋੜ ਹੈ, ਇੱਥੇ ਵੀ ਨੌਕਰੀਆਂ ਦੀ ਲੋੜ ਹੈ। ਜਿਹੜਾ ਅਸੀਂ ਕੰਮ ਕਰਨਾ ਇਹਨਾਂ ਲਈ, ਇਹਨਾਂ ਨੂੰ ਵੀ ਨੌਕਰੀਆਂ ਦੀ ਲੋੜ ਹੈ। ਸੋ ਇਹਨਾਂ ਚੀਜ਼ਾਂ 'ਤੇ ਕਨਸੈਂਟਰੇਟ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ, ਸਪੈਸ਼ਲੀ ਇੰਸਟੀਚਿਊਟ ਦਾ ਅਤੇ ਕਨਫੈਡਰੇਸ਼ਨ ਦਾ, ਕਿ ਮੈਨੂੰ ਵੀ 10 ਮਿੰਟ ਦਾ ਮੌਕਾ ਦਿੱਤਾ ਕਿ ਮੈਂ ਵੀ ਕੁਝ ਆਪਣੇ ਵਿਚਾਰ ਦੱਸਾਂ। ਮੈਂ ਸਿੱਖ ਲੀਗਰਸ ਦੀ ਇਤਿਹਾਸ ਵਿੱਚ ਨਹੀਂ ਜਾਵਾਂਗਾ ਕਿਉਂਕਿ ਸਮਾਂ ਨਹੀਂ ਹੈ। ਮੈਂ ਇੱਕ ਪ੍ਰੈਕਟੀਕਲ ਆਦਮੀ ਹਾਂ। 36.5 ਸਾਲ ਮੈਂ ਇਨਕਮ ਟੈਕਸ ਡਿਪਾਰਟਮੈਂਟ ਦੀ ਸੇਵਾ ਕੀਤੀ ਹੈ ਅਤੇ ਅੱਜ ਮੈਂ ਗੁਰੂ ਅੰਗਦ ਦੇਵ ਐਜੂਕੇਸ਼ਨਲ ਐਂਡ ਵੈਲਫੇਅਰ ਕੌਂਸਲ ਦੇ ਨਾਲ ਲਿੰਕਡ ਹਾਂ, ਜਿਨ੍ਹਾਂ ਦਾ ਵੀ ਸਬਜੈਕਟ ਇਹੀ ਹੈ ਕਿ ਅਸੀਂ, ਮੈਂ ਇੱਕ ਮੰਨਦਾ ਕਿ ਸਾਰੇ ਸਿੱਖ ਲੀਗਰ ਪਛੜੇ ਨਹੀਂ ਹੋਏ, ਲੇਕਿਨ ਮੈਜੋਰਟੀ ਸਿੱਖ ਲੀਗਰ ਜਾਂ ਦੂਜੇ ਜਿਹੜੀਆਂ ਟਰਾਈਬਸ ਨੇ ਉਹ ਗਰੀਬੀ ਦੀ ਰੇਖਾ ਤੋਂ ਨੀਚੇ ਨੇ। ਅਸੀਂ ਉਹਨਾਂ ਲਈ ਕੰਮ ਕਰਨਾ ਹੈ ਜਿਨ੍ਹਾਂ ਨੂੰ ਵਾਹਿਗੁਰੂ ਨੇ ਮਾਇਆ ਬਖਸ਼ੀ ਹੈ, ਉਹ ਆਪਣਾ ਧਿਆਨ ਆਪ ਰੱਖ ਸਕਦੇ ਹਨ। ਸੋ ਉਹਨਾਂ ਦੇ ਲਈ ਅਸੀਂ ਖੇਚਲ ਨਹੀਂ ਕਰ ਰਹੇ। ਔਰ ਜਦੋਂ ਅਸੀਂ ਕੋਈ ਕੰਮ ਕਰਨਾ ਹੈ, ਉਹ ਜੇ ਪੰਜਾਬ ਦੇ ਵਿੱਚ ਚਾਹੇ ਉਹ ਬ੍ਰਾਹਮਣ ਦਾ ਮੁੰਡਾ ਹੋਏ ਤੇ ਚਾਹੇ ਜੱਟ ਦਾ ਮੁੰਡਾ ਹੋਏ ਜਾਂ ਕੁੜੀ ਹੋਏ, ਜੇ ਉਹ ਪੈਸੇ ਦੀ ਥੋੜ ਕਰਕੇ ਪੜ੍ਹਾਈ ਨਾ ਕਰ ਸਕਦਾ ਹੋਏ ਜਾਂ ਕੋਈ ਸਕਿੱਲ ਡਿਵੈਲਪਮੈਂਟ ਨਾ ਕਰ ਸਕਦਾ ਹੋਏ, ਅਸੀਂ ਉਹਨਾਂ ਦੀ ਮਦਦ ਕਰਨੀ ਹੈ। ਔਰ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਰਬੱਤ ਦਾ ਭਲਾ ਲਈ ਕਿਹਾ ਹੈ, ਅਤੇ ਜੇ ਅਸੀਂ ਜਿਹੜੀ ਕੋਈ ਇੰਸਟੀਟਿਊਸ਼ਨ ਕਰਦੇ ਹਾਂ, ਉਹਦੇ ਵਿੱਚ ਇਸਟੈਬਲਿਸ਼ ਕਰਦੇ ਹਾਂ, ਉਹਦੇ ਵਿੱਚ ਅਸੀਂ ਇਹ ਨਹੀਂ ਦੇਖਣਾ, ਵਿਤਕਰਾ ਨਹੀਂ ਪਾਉਣਾ ਕਿ ਗੁਰਸਿੱਖ ਹੈ ਕਿ ਮੁਸਲਮਾਨ ਹੈ ਕਿ ਹਿੰਦੂ ਹੈ ਕਿ ਈਸਾਈ ਹੈ। ਅਸੀਂ ਸਰਬੱਤ ਦਾ ਭਲਾ ਕਰਨਾ ਹੈ। ਗੁਰੂ ਹਰਗੋਬਿੰਦ ਸਾਹਿਬ ਜਦੋਂ ਨਾਨਕ ਮਤੇ ਗਏ ਘੋੜਿਆਂ ਨਾਲ, ਉਹ ਵਣਜਾਰਿਆਂ ਦੇ ਕਾਫਲਿਆਂ ਨਾਲ ਗਏ। ਇਤਿਹਾਸਕਾਰ ਜਾਦੂ ਨਾਲ ਸਰਕਾਰ ਬਣ ਕੇ ਲਿਖਦੇ ਹਨ, ਉਹਨਾਂ ਨੌਕਰੀ ਕਰਨ ਲਈ ਜਿੱਥੇ ਜਾ ਹੀ ਨਹੀਂ ਸਕਦੇ। ਉਹ ਜਾਣ ਦਾ ਤਰੀਕਾ ਉਹਨਾਂ ਦਾ ਇਹ ਸੀ, ਹਜ਼ਾਰਾਂ ਦੇ ਕਾਫਲੇ ਵਿੱਚ ਉਹ ਚਲੇ ਜਾਂਦੇ ਸਨ। ਉਹਦਾ ਇੱਜ਼ਤਮਾਨ ਹੁੰਦਾ ਸੀ ਔਰ ਗੁਰੂਆਂ ਦੀ ਸੰਗਤ ਨਾਲ ਉਹ ਸਿੱਖ ਬਣੇ। ਗੁਰੂ ਹਰਗੋਬਿੰਦ ਨਾਨਕ ਮਤੇ ਗਏ। ਗੁਰੂ ਹਰਗੋਬਿੰਦ ਜਦੋਂ ਕਸ਼ਮੀਰ ਗਏ, ਉਹ ਇਹਨਾਂ ਕਾਫਲਿਆਂ 'ਤੇ ਗਏ। ਗੁਰੂ ਹਰਰਾਏ ਸਾਹਿਬ ਦੇ ਸਪਸ਼ਟ ਲਿਖਿਆ ਹੈ, ਮੱਖਣ ਸ਼ਾਹ ਦੇ ਕਾਫਲੇ ਵਿੱਚ ਉਹ ਕਸ਼ਮੀਰ ਗਏ। ਉੱਥੋਂ ਵਾਪਸ ਆਏ ਅਤੇ ਉਹਦੇ ਕੋਲ 2 ਮਹੀਨੇ ਮੱਖਣ ਸ਼ਾਹ ਕੋਲ ਰਹੇ। ਸੋ ਇਸ ਤਰ੍ਹਾਂ ਗੁਰੂ ਦੀ ਸੰਗਤ ਨਾਲ ਉਹ ਸਾਰੇ ਸਿੱਖ ਬਣੇ। ਇਸ ਕਰਕੇ ਉਹ ਪੱਕੇ ਸਿੱਖ ਸਨ। ਉਹਨਾਂ ਦਾ ਮੇਜਰ ਰੋਲ ਸਿੱਖ ਹਿਸਟਰੀ ਵਿੱਚ ਹੈ, ਜਿਹਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਮੱਖਣ ਸ਼ਾਹ ਨੇ ਗੁਰੂ ਲਾਹੌਰੀ ਦਾ ਨਾਅਰਾ ਲਾ ਕੇ ਗੁਰੂ ਤੇਗ ਬਹਾਦਰ ਜੀ ਉਜਾਗਰ ਕੀਤਾ। ਇਸੇ ਤਰ੍ਹਾਂ ਲੱਖੀ ਸ਼ਾਹ ਵਣਜਾਰੇ ਨੇ ਗੁਰੂ ਸਾਹਿਬ ਦਾ ਧਾਰਨ ਲਿਜਾ ਕੇ ਆਪਣੀ ਝੁੱਗੀ ਨੂੰ ਅੱਗ ਲਾ ਦਿੱਤੀ। ਸੋ ਵਣਜਾਰਿਆਂ ਨੇ ਮੇਜਰ ਪਾਰਟ ਪਲੇ ਕੀਤਾ ਸਿੱਖ ਹਿਸਟਰੀ ਵਿੱਚ ਔਰ ਗੌਰਮੈਂਟ ਵੀ ਦੇ ਕੰਮਾਂ ਵਿੱਚ ਬੜਾ ਕੰਮ ਕੀਤਾ। ਬੜੇ ਅਮੀਰ ਸਨ। ਇਸ ਵੇਲੇ ਜੇ ਉਹ ਗਰੀਬ ਹੋ ਗਏ ਨੇ, ਉਹਨਾਂ ਨੂੰ ਪੈਟਰੋਨੇਜ ਦੀ ਲੋੜ ਹੈ। ਹੁਣ ਵੀ ਉਹਨਾਂ ਵਿੱਚ ਉਹ ਜੀਨੀਅਸ ਹੈ, ਉਹ ਕੁਝ ਹੈ ਜੋ ਪਹਿਲਾਂ ਸੀ, ਉਹ ਆ ਸਕਦਾ ਹੈ ਜੇ ਉਹਨਾਂ ਨੂੰ ਠੀਕ ਪੈਟਰੋਨੇਜ ਦਿੱਤੀ ਜਾਏ। ਹੁਣ ਵੀ ਉਹ ਗੋਲਡਨ ਕੰਮ ਕਰ ਸਕਦੇ ਹਨ, ਜਿਵੇਂ ਕਿ
ਕੋਵਿਡ ਟਾਈਮ ਉਹਨਾਂ ਕੀਤਾ ਹੈ। ਸਭ ਤੋਂ ਪਹਿਲਾਂ ਅਜੋਕੇ ਸਮੇਂ ਵਿੱਚ ਟਰਸਟ ਫਾਰ ਵੰਜਾਰਾ ਐਂਡ ਉਹਦੇ ਵੀਕਰ ਸੈਕਸ਼ਨ ਨੇ ਇਸ ਪਾਸੇ ਅਗਵਾਈ ਕੀਤੀ ਅਤੇ ਸਾਨੂੰ ਇਸ ਪਾਸੇ ਪ੍ਰੇਰ ਕੇ ਗੁਰੂ ਅੰਗਦ ਦੇਵ ਐਜੂਕੇਸ਼ਨ ਵੈਲਫੇਅਰ ਕੌਂਸਲ ਨੂੰ ਸਹਾਇਤਾ ਦਿੱਤੀ। ਉਸ ਵਕਤ ਸਾਡੇ ਕੋਲ 45 ਬੱਚੇ ਸਨ, ਅੱਜ ਸਾਡੇ ਕੋਲ 729 ਬੱਚੇ ਹਨ। ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਟਰਸਟ ਫਾਰ ਵੰਜਾਰਾ ਐਂਡ ਅਦਰ ਸੈਕਸ਼ਨ ਦਾ ਅਤੇ ਸਮੂਹ ਸੰਗਤ ਦਾ ਹੀ ਯੋਗਦਾਨ ਹੈ। ਟਾਈਮ ਨੂੰ ਮੁੱਖ ਰੱਖਦੇ ਹੋਏ ਮੈਂ ਕੁਝ ਹੋਰ ਬੇਨਤੀਆਂ ਕਰਨੀਆਂ ਚਾਹੁੰਦਾ ਹਾਂ, ਜਿਸ ਦਾ ਮਤਲਬ ਇਹ ਹੈ ਕਿ ਅਸੀਂ ਠੀਕ ਹੈ, ਇਹ ਗਰੀਬ ਹਨ, ਇਹ ਸੈਪਰੇਟ ਇਸ਼ੂ ਹੈ, ਲੇਕਿਨ ਜਿੱਥੇ ਇਹ ਚੰਗੇ ਭੋਲੇ ਪੈਸਾ ਕਮਾਉਂਦੇ ਹਨ, 100 200 1000 ਰੁਪਇਆ 2000 ਰੁਪਇਆ ਵੀ ਦਿਹਾੜੀ 'ਤੇ ਕਮਾਉਂਦੇ ਹਨ, ਉੱਥੇ ਵੀ ਇਹ ਉਵੇਂ ਗਰੀਬ ਦੇ ਗਰੀਬ ਹਨ। ਕਾਰਨ ਇਹ ਹੈ, ਇੱਕ ਦਿਨ ਜਾਣਗੇ 500 ਰੁਪਇਆ 1000 ਰੁਪਇਆ ਕਮਾ ਲੈਣਗੇ, ਫਿਰ ਹਫਤਾ ਕੰਮ 'ਤੇ ਨਹੀਂ ਜਾਂਦੇ। ਸਭ ਤੋਂ ਪਹਿਲਾਂ ਮੈਂ ਸਮਝਦਾ ਹਾਂ ਅਜੋਕੇ ਜੇਕਰ ਇਸ ਨੂੰ ਅਪਲਿਫਟ ਕਰਨਾ ਚਾਹੀਦਾ ਹੈ ਤੇ ਸਭ ਤੋਂ ਜ਼ਿਆਦਾ ਮੋਟੀਵੇਸ਼ਨ ਦੀ ਜ਼ਰੂਰਤ ਹੈ। ਮੋਟੀਵੇਸ਼ਨ ਵਾਸਤੇ ਸਾਨੂੰ ਸਿੱਖਲੀਗਰ ਵਣਜਾਰਿਆਂ ਨਾਲ ਸੰਬੰਧਿਤ ਹੀ ਪਰਿਵਾਰਾਂ ਨੂੰ ਨਾਲ ਜੋੜਨਾ ਚਾਹੀਦਾ ਹੈ, ਕਿਉਂਕਿ ਇਹ ਪਰਿਵਾਰ ਜਿਹੜਾ ਹੈ ਦੂਸਰੇ ਪਰਿਵਾਰਾਂ ਨੂੰ ਬਿਲਕੁਲ ਆਪਣੇ ਵਿੱਚ ਵੜਨ ਨਹੀਂ ਦਿੰਦੇ। ਜਿਹੜੀ ਸਾਹ ਜਗਮੋਹਨ ਸਿੰਘ ਜੀ ਕੰਮ ਕਰ ਰਹੇ ਹਨ, ਇਹ ਬੜਾ ਵੱਡਾ ਕੰਮ ਹੈ, ਬੜਾ ਮੁਸ਼ਕਲ ਕੰਮ ਹੈ ਕਿ ਬੱਚਿਆਂ ਨੂੰ ਟ੍ਰੇਨਡ ਕਰਨਾ ਅਤੇ ਉਹਨਾਂ ਨੂੰ ਮੋਟੀਵੇਟ ਕਰਨਾ, ਇਹ ਬਹੁਤ ਜ਼ਰੂਰੀ ਗੱਲ ਹੈ। ਦੂਸਰਾ ਹੈ ਸਾਡੇ ਜੋ ਸਿੱਖ ਸਮਾਜ ਹੈ ਉਹਨਾਂ ਦੇ ਵਿੱਚ ਕਿਸੇ ਨੂੰ, ਮੈਂ ਕਹਿੰਦਾ ਹਜ਼ਾਰਾਂ 5-7 ਬੰਦੇ ਹੋਣਗੇ ਜਿਨ੍ਹਾਂ ਨੂੰ ਇਸ ਪ੍ਰੋਬਲਮ ਦਾ ਪਤਾ ਹੈ ਸਿੱਖਲੀਗਰ ਵਣਜਾਰਿਆਂ ਦਾ। ਅਸੀਂ ਪਿੱਛੇ ਲਿਟਰੇਚਰ ਛਾਪਿਆ ਸੀ, 2000 ਕਾਪੀਆਂ ਛਾਪੀਆਂ ਸੀ, ਲੇਕਿਨ ਇਸ ਵਕਤ ਹਾਲਾਤ ਇਹ ਹੈ ਮੇਰੇ ਕੋਲ ਵੀ ਇੱਕ ਕਾਪੀ ਨਹੀਂ। ਸੋ ਸਾਨੂੰ ਲਿਟਰੇਚਰ ਛਾਪਣਾ ਚਾਹੀਦਾ ਹੈ, ਸਮੁੱਚੇ ਸਿੱਖ ਜਗਤ ਨੂੰ ਦੱਸਣਾ ਚਾਹੀਦਾ ਹੈ ਕਿ ਇਹ ਪ੍ਰੋਬਲਮ ਹੈ। ਸਿੱਖ ਜਿਹੜੇ ਆ ਜਿਸ ਵਕਤ ਸੁਣਦੇ ਹੈ ਤਾਂ ਨੇਚਰਲੀ ਹੀ ਗੁਰੂ ਮਹਾਰਾਜ ਨਾਲ ਪਿਆਰ ਕਰਦੇ ਹੋ ਇਹਨਾਂ ਦੀ ਸਹਾਇਤਾ ਵੱਲ ਆ ਜਾਂਦੇ ਹਨ। ਦੂਸਰੇ ਜੋ ਇੱਥੋਂ ਦੇ ਹਾਲਾਤ ਹੈ, ਜੋ ਇੱਥੋਂ ਦੀ ਆਲੇ ਦੁਆਲੇ ਦਾ ਵਾਤਾਵਰਨ ਹੈ, ਉਹਨੂੰ ਸਾਨੂੰ CD ਦੇ ਵਿੱਚ ਦੱਸਣਾ ਚਾਹੀਦਾ ਹੈ। ਅਸੀਂ CDs ਬਣਾਈਆਂ ਜਿਹਦਾ ਕਿ ਸਾਨੂੰ ਬਹੁਤ ਫਾਇਦਾ ਹੋਇਆ, ਸੋ ਇਹਦੇ ਵਿੱਚ CDs ਵੀ ਬਣਾਉਣੀਆਂ ਚਾਹੀਦੀਆਂ ਹਨ। ਤੀਸਰਾ ਜਿਹੜਾ ਚੌਥਾ ਹੈ ਕੋਆਰਡੀਨੇਸ਼ਨ ਕਰਨੀ। ਜਿਵੇਂ ਅੱਜ ਬੜੀ ਬਖਸ਼ਿਸ਼ ਹੈ ਗੁਰੂ ਮਹਾਰਾਜ ਦੀ ਕਿ ਸਮੁੱਚੀਆਂ ਸੰਸਥਾਵਾਂ ਜੋ ਇਹਨਾਂ ਕੰਮਾਂ 'ਚ ਕੰਮ ਕਰ ਰਹੀਆਂ ਹਨ, ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਨੇ ਇਸ ਪਾਸੇ ਕੀਤਾ ਹੈ। ਇਟ ਇਜ਼ ਏ ਮੋਸਟ ਅਰਜੈਂਟ ਵਰਕ ਕਿ ਆਪੋ ਵਿੱਚ ਕੋਆਰਡੀਨੇਸ਼ਨ ਕੀਤੀ ਜਾਏ। ਅਤੇ ਪੰਜਵਾਂ ਹੈ ਜੋ ਸਾਡੀਆਂ ਸਰਕਾਰੀ ਸਕੀਮਾਂ ਹਨ ਜਿਨ੍ਹਾਂ ਵਿੱਚ ਇਹ ਸ਼ਡਿਊਲ ਕਾਸਟ ਦਰਜ ਹਨ, ਇਹਨਾਂ ਨੂੰ ਬਹੁਤ ਸਹੂਲਤਾਂ ਮਿਲਦੀਆਂ ਹਨ, ਉਹਨਾਂ ਨੂੰ ਇਹ ਦੱਸਿਆ ਜਾਏ ਤਾਂ ਜੋ ਕੋਈ ਇਸ ਪਾਸੇ ਚੱਲ ਜਾਣ। ਜਿਹੜਾ ਅਸੀਂ ਸਕੂਲ ਖੋਲ੍ਹਿਆ ਹੈ, ਪਹਿਲੀ ਤੋਂ 10ਵੀਂ ਤੱਕ ਬੱਚੇ ਪੜ੍ਹਦੇ ਹਨ, ਲੇਕਿਨ ਸਿੱਖਲੀਗਰ ਜਿਹੜੇ ਬੱਚੇ ਹਨ ਜਿਸ ਵਕਤ 5ਵੀਂ 6ਵੀਂ ਤੋਂ ਬਾਅਦ ਉਹਨਾਂ ਨੂੰ ਹਟਾ ਲਿਆ ਜਾਂਦਾ ਹੈ, ਉਹਨਾਂ ਨੂੰ ਆਪਣੇ ਰੁਜ਼ਗਾਰ 'ਤੇ ਲਾ ਲਿਆ ਜਾਂਦਾ ਹੈ। ਜਿੰਨੀ ਦੇਰ ਤੱਕ ਅਸੀਂ ਉਹਨੂੰ ਮੋਟੀਵੇਸ਼ਨ ਨਹੀਂ ਕਰਾਂਗੇ, ਸਾਡੇ ਜਿਹੜੇ ਉਪਰਾਲੇ ਹਨ ਉਹ ਪੂਰੇ ਨਹੀਂ ਕਾਮਯਾਬ ਹੋਣਗੇ। Dr. Ajab Singh ji is with us. One of his predecessors, Sardar Harcharan Singh Josh, conducted the first ever field survey of Sikhligars Vanjaras in independent India, touring nearly 286 centers. I have the unofficial copy of the report. I want that the institute should double up the efforts. Sardar Surjit Singh ji should pitch in. Dr. Ajab Singh should use his leverage with the government, and we should get this report tabled in Parliament. And then let it receive the same patronage as was received by the Justice Sachar Commission for the Muslim community. No doubt it is not fully complete, and this is where we pitch in. I propose, and this is what we will be doing in the next 2 years, with the support and guidance of 2 key individuals, Sardar Kulvinder Singh ji, who was the sheet anchor as the Joint Secretary Government of India, now retired, for the census operations 2011. Founder of Nishkam. Then Dr. Himadri Banerjee, who is the writer of the other 6. With support from the Punjab Digital Library, we will start a field survey, the socio-economic, demographic and anthropological survey of the Sikhligars in Rajasthan and Uttar Pradesh to begin with. In the next few months, we will
prepare the survey data, prepare the survey questionnaire, with of course with the active support and guidance of the International Sikh Confederation and the Institute of Sikh Studies. And I know here that Surjit Singh ji will be able to pitch in more, because this is what he has been doing in Maharashtra. And by doing so, we will get that raw data on the basis of which we will be able to follow up. Last but not the least, upliftment ਸਾਡੇ ਹੱਥ ਵਿੱਚ ਨਹੀਂ ਹੈ. Upliftment is for the Guru to do it. But whatever we have failed to do in the past, we should undo it. Now we have too many computers and we can undo it. Let's undo that and then recall, reaffirm and reiterate. ਨੀਚੋਂ ਊਚ ਕਰੇ ਮੇਰਾ ਗੋਬਿੰਦ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਕਿ ਮੈਂ ਜਦ ਮਾਈਨੋਰਟੀ ਕਮਿਸ਼ਨ ਦਾ ਮੈਂਬਰ ਬਣਿਆ ਤੇ ਮੇਰਾ ਇੱਕ ਮਿੱਤਰ ਸੀ, ਉਹਨਾਂ ਨੇ ਮੈਨੂੰ ਆ ਕੇ ਕਿਹਾ ਕਿ ਸੁਰਜੀਤ ਸਿੰਘ ਜੇ ਤਾਂ ਤੁਹਾਨੂੰ ਕੁਝ ਕਰਨਾ ਹੀ ਹੈ ਤੇ ਸਾਡੀ ਸਿੱਖ ਤੇ ਬੜੇ ਪੈਸੇ ਵਾਲੀ ਹੈ, ਬਹੁਤ ਸਾਰੇ ਵੈਲ ਐਸਟੈਬਲਿਸ਼ ਨੇ, ਜੇ ਅਸੀਂ ਕਰਨਾ ਹੀ ਹੈ ਤੇ ਸਿੱਖਲ ਕਰੀ ਸਮਾਜ ਵਾਸਤੇ ਕੁਝ ਨਾ ਕੁਝ ਕਰਨਾ ਚਾਹੀਦਾ, ਗੁਰੂ ਮਹਾਰਾਜ ਦਾ ਆਸ਼ੀਰਵਾਦ ਮਿਲੇ. ਮੈਂ ਪਹਿਲਾ ਵਿਜ਼ਿਟ ਜਿਹੜਾ ਸੀ ਸਾਡਾ ਕਲੈਕਟਰ ਆਫਿਸ ਜਾਲਨਾ, ਪੂਰੇ ਅਸੀਂ ਇੰਪਲੀਮੈਂਟਿੰਗ ਆਫੀਸਰਸ ਨੂੰ ਬੁਲਾਇਆ ਸੀ, ਪਲਾਨਿੰਗ ਆਫੀਸਰ ਹੁੰਦਾ, ਉਹਦੇ ਸਾਰੇ ਪੁਲਿਸ ਦੇ ਹੁੰਦੇ ਨੇ, ਬਾਕੀ ਮਹਿਕਮੇ ਜਿੰਨੇ ਵੀ ਇੰਪਲੀਮੈਂਟਿੰਗ ਅਥਾਰਟੀ ਸਾਰੀ ਉਹਦੇ ਵਿੱਚ ਹਾਜ਼ਰ ਹੋਈ. ਉਸ ਤੋਂ ਪਹਿਲੇ ਸੀ ਚੂੰਕਿ ਲੇਟ ਹੋ ਗਏ ਸੀ ਤੇ ਮੀਡੀਆ ਦੇ ਲੋਕ ਆਏ ਸੀ ਤੇ ਉਹਨਾਂ ਨੇ ਕਿਹਾ ਪਹਿਲੇ ਪ੍ਰੈਸ ਕਾਨਫਰੰਸ ਜਿਹੜੀ ਹੈ ਨਾ ਉਹ ਅਰੇਂਜ ਕਰ ਲਿੱਤੀ ਜਾਵੇ, ਉਸ ਦੇ ਬਾਅਦ ਤੁਸੀਂ ਰਿਵਿਊ ਕਮੇਟੀ ਦੀ ਮੀਟਿੰਗ ਕਰਨਾ. ਤੇ ਮੈਂ ਜਿਹੜਾ ਨਾ ਉਹ ਮੀਟਿੰਗ ਅਟੈਂਡ ਕੀਤੀ ਨਹੀਂ ਪ੍ਰੈਸ ਦੀ, ਤੇ ਪ੍ਰੈਸ ਦੀ ਬਰੀਫਿੰਗ ਦੇ ਬਾਅਦ ਇੱਕ ਪੱਤਰਕਾਰ ਨੇ ਮੈਨੂੰ ਜਿਹੜਾ ਨੇ प्रेस कॉरेस्पॉन्डेंट ने मुझे कहा कि खुंगर साहब इधर एक छोटी सी बस्ती है, 100-150 लोग रहते हैं, तो आप ये प्रोग्राम होने के बाद में उधर विजिट जरूर करिएगा. तो मैंने कहा बिल्कुल बिल्कुल करांगे. असी लोग उत्थे वो पूरा प्रोग्राम होने बाद गए तो मैं जो उत्थे पिक्चर्स लीतियां जो देखा वो इतना बुरा हाल सी, यानी उत्थे समझ आ गया, यानी चावल दे तुसी एक दाना देख के देखते हो गलिया कि नहीं गलिया, सारे दाने देखने की जरूरत नहीं, पूरे हिंदुस्तान के की हालात होंगे वो सानू पता लग गया. तो मैं बॉम्बे गया, मीटिंग लीती असी, और असी पहला जड़ा काम किया वो है किया गवर्नमेंट को लिखिया कि जड़ा ना टाटा सोशल साइंस जड़ा इंस्टीट्यूट ऑफ सोशल साइंस है वो माध्यम नाल जिवें आलू वाले साहब ने किया कि असी एक सर्वे वास्ते उन्होंने दिता कि इन्हां दी इकनॉमिकल, इन्हां दी हाउसिंग और इन्हां दा सोशल असी की किया जा सकता है, उहदे वास्ते टोटल सर्वे करन किन्ने ने, इन्हां दी हाउसिंग वास्ते असी की कर सकते हैं, इन्हां दे कारोबार वास्ते असी की कर सकते हैं, और बाकी दे जिहड़े सोशली जिवें सर्टिफिकेट नहीं मिलते, कोई कॉमन कोई भी कोर्ट किधर पूरे हिंदुस्तान नहीं, किधर VGNT ने, किधर SC ने, किधर कुछ ने. यह साडा काम है. मैं समझना सिख कौम माइनॉरिटी ਨੂੰ ਲੀਡ ਕਰ ਸਕਦੀ ਹੈ, ਜੋ ਚਾਹੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਬ੍ਰਿਲੀਅੰਟ ਲੋਕ ਨੇ ਜੋ ਕਰ ਸਕਦੇ ਨੇ, ਲੇਕਿਨ ਉਹਦੇ ਵਾਸਤੇ ਪਹਿਲੀ ਸੋਚ ਹੁੰਦੀ ਹੈ, ਉਸ ਦੇ ਬਾਅਦ ਅਮਲ ਹੁੰਦਾ ਹੈ. ਤੁਹਾਡੀ ਵਿਜ਼ਨ ਹੈ ਤੇ ਤੁਸੀਂ ਅੱਗੇ ਦਾ ਕੰਮ ਇੰਪਲੀਮੈਂਟੇਸ਼ਨ ਕਰ ਸਕਦੇ ਹੋ, ਜੇ ਸੋਚੋਗੇ ਨਹੀਂ ਤੇ ਤੁਸੀਂ ਨਹੀਂ ਕਰ ਸਕਦੇ. ਖੈਰ ਅਸੀਂ ਗਵਰਨਮੈਂਟ ਨੂੰ ਲਿਖਿਆ ਕਿ ਇਹ ਪੂਰਾ ਟਾਟਾ ਸੋਸ਼ਲ ਸਰਵਿਸ ਨੂੰ ਜਿਹੜਾ ਇੰਸਟੀਚਿਊਟ ਆਫ ਸੋਸ਼ਲ ਸਰਵਿਸ ਸਾਇੰਸ ਨੂੰ ਦਿੱਤਾ ਜਾਏ, ਔਰ ਉਹਦੇ ਸਰਵੇ ਵਾਸਤੇ ਉਹਨਾਂ ਨੇ ਗਵਰਨਮੈਂਟ ਨੇ ਆਰਡਰ ਕੀਤੇ. ਮੈਂ ਗਿਆ, ਅਸੀਂ ਸਰਦਾਰ ਅਜੈਬ ਸਿੰਘ ਜੀ ਦੀ ਵੀ ਹੈਲਪ ਪੂਰੀ ਲਿੱਤੀ. ਉਹਦੇ ਕਲੈਕਟਰ ਦੇ ਵਿੱਚ ਬਹੁਤ ਸਾਰੀਆਂ ਸਕੀਮਾਂ ਨੇ, ਸਾਡੇ ਲੋਕ ਅਵੇਅਰ ਹੀ ਨਹੀਂ ਨੇ ਸਕੀਮ ਦਾ ਜਿਹੜਾ ਫਾਇਦਾ ਲੈਣਾ, ਔਰ ਸੈਕੰਡਰੀ ਹੁੰਦਾ. ਪਹਿਲਾ ਇੱਕ ਕੰਮ ਹੁੰਦਾ ਹੈ ਕਿ ਆਪਣੇ ਸਮਾਜ ਨੂੰ ਦੱਸਿਆ ਜਾਏ ਕਿ ਭਾਈ ਅਸੀਂ ਕੀ ਫਾਇਦੇ ਹੈ ਸਾਡੇ ਵਾਸਤੇ ਅਵੇਲੇਬਲ, ਅਸੀਂ ਕੀ ਲੈ ਸਕਦੇ ਹਾਂ. ਤੇ ਉਸ ਵਾਸਤੇ ਮੇਰੀ ਇੱਕ ਸੁਜੈਸ਼ਨ ਹੈ ਅੱਜ ਦੀ ਡੇਟ ਦੇ ਵਿੱਚ ਕਿ ਅਸੀਂ ਜਿਹੜਾ ਨਾ ਸਿੱਖ ਮਾਈਨੋਰਟੀ ਹੈਲਪਲਾਈਨ ਦੀ ਸ਼ੁਰੂਆਤ ਕੀਤੀ ਜਾਵੇ. ਯਾਨੀ ਹਿੰਦੁਸਤਾਨ ਦੇ ਤੁਸੀਂ ਹੈੱਡਕੁਆਟਰ ਜਿਹੜੇ ਸਟੇਟ ਦੇ ਉਹਨਾਂ ਨੂੰ ਕੈਪੀਟਲਸ ਨੂੰ ਬਣਾਓ, ਬਾਕੀ ਦੇ ਡਿਸਟ੍ਰਿਕਟ ਪਲੇਸ ਦੇ ਵਿੱਚ ਸਿੱਖ ਹੈਲਪਲਾਈਨ ਸੈਂਟਰ ਸ਼ੁਰੂ ਹੋਣਾ ਚਾਹੀਦਾ ਹੈ, ਜਿੱਥੇ ਕੋਈ ਵੀ ਆਪਣਾ ਸਿੱਖ ਹੈ ਉਹ ਉੱਥੇ ਆ ਕੇ ਆਪਣੀ ਪ੍ਰੋਬਲਮ ਦੱਸੇ, ਚਾਹੇ ਉਹਦੀ ਸਕਾਲਰਸ਼ਿਪ ਦੀ ਪ੍ਰੋਬਲਮ ਹੈ, ਚਾਹੇ ਉਹਦੀ ਐਜੂਕੇਸ਼ਨਲ ਕੋਈ ਐਡਮਿਸ਼ਨ ਦੀ ਪ੍ਰੋਬਲਮ ਹੈ, ਜਾਂ ਕੋਈ ਸਰਟੀਫਿਕੇਟਸ ਨਹੀਂ ਮਿਲ ਰਹੇ, ਜਾਂ ਹੋਰ ਕੋਈ ਰੀਜ਼ਨਿੰਗ ਹੈ, ਉਹ ਉਧਰ ਕਰ ਸਕਦਾ ਹੈ. ਸਭ ਤੋਂ ਪਹਿਲਾਂ ਤੋਂ ਅਸੀਂ ਜਦੋਂ ਵੀ ਜਿੱਥੇ ਕੰਮ ਕਰਨ ਜਾਣਾ ਹੈ, ਜਿਹੜੇ ਵੀ ਡੇਰੇ ਵਿੱਚ, ਕਿਉਂਕਿ ਵੀ ਆਰ ਓਨਲੀ ਵਰਕਿੰਗ ਐਟ ਅ ਟਿਪ ਆਫ ਐਨ ਆਈਸਬਰਗ, ਤੇ ਅਸੀਂ ਕੰਮ ਕਰਨਾ ਚਾਹੁੰਦੇ ਸਾਰੇ ਦੇਸ਼ ਦਾ, ਸਾਰੇ ਕੌਮ ਦਾ, ਤੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਇੱਕ ਸਰਵੇ ਕਰੀਏ
ਤੇ ਜਿੱਥੇ ਵੀ ਜਿਹੜੇ ਵੀ ਡੇਰੇ ਵਿੱਚ ਜਾਂ ਪਿੰਡ ਵਿੱਚ ਅਸੀਂ ਜਾ ਕੇ ਕੰਮ ਚਾਲੂ ਕਰਦੇ ਸੀ ਤੇ ਸਭ ਤੋਂ ਪਹਿਲੇ ਉੱਥੇ ਸਰਵੇ ਕੀਤਾ ਜਾਂਦਾ ਹੈ ਕਿ ਬਈ ਕਿੰਨੇ ਬੰਦੇ ਨੇ, ਕਿੰਨੇ ਜਨਾਨੀਆਂ, ਕੁੜੀਆਂ, ਬੱਚੇ, ਮੁੰਡੇ ਕਿੰਨੇ ਨੇ, ਉਹਨਾਂ ਦੀ ਇਕਨੋਮਿਕ ਕੰਡੀਸ਼ਨਸ ਕੀ ਹੈ, ਪੋਪੂਲੇਸ਼ਨ ਕੀ ਹੈ, ਉਹਨਾਂ ਦਾ ਆਕਿਊਪੇਸ਼ਨ ਕੀ ਹੈ, ਪੁਲਿਸ ਦੇ ਨਾਲ ਉਹਨਾਂ ਦਾ ਸੰਬੰਧ ਕਿਸ ਤਰ੍ਹਾਂ ਦਾ ਹੈ, ਵਾਇਲੈਂਸ ਕਿੰਨਾ ਹੈ ਡੇਰੇ ਦੇ ਵਿੱਚ, ਤੇ ਐਜੂਕੇਸ਼ਨ ਕਿਸ ਲੈਵਲ ਦੀ ਹੈ, ਸਭ ਤੋਂ ਜ਼ਿਆਦਾ ਪੜ੍ਹਿਆ ਲਿਖਿਆ ਮੁੰਡਾ ਕਿਹੜੇ ਕਲਾਸ 'ਚ, 5ਵੀਂ ਪਾਸ ਕੀਤੀ ਹੈ, ਸਭ ਤੋਂ ਜ਼ਿਆਦਾ ਕੁੜੀਆਂ ਕਿਹੜੇ ਕਲਾਸ ਤੱਕ ਪੜ੍ਹੀਆਂ, ਸ਼ਾਇਦ ਤੀਜੀ ਕਲਾਸ ਦੇ ਬਾਅਦ ਉਹਨਾਂ ਨੂੰ ਪੜ੍ਹਨ ਨਹੀਂ ਦਿੱਤਾ ਜਾਂਦਾ ਸੀ। ਹੈਲਥ ਕੰਡੀਸ਼ਨਸ ਕੀ ਨੇ, ਉਹਨਾਂ ਨੂੰ ਮਹਾਮਾਰੀ ਤੇ ਨਹੀਂ ਹੈ, ਕੋਈ ਬਿਮਾਰੀਆਂ ਤੇ ਨਹੀਂ ਹੈ, ਉਹ ਜਾਣਨਾ ਬਹੁਤ ਜ਼ਰੂਰੀ ਹੁੰਦਾ ਹੈ। ਉਹਨਾਂ ਕੋਲ ਸਰਟੀਫਿਕੇਟਸ ਹੈ ਕਿ ਨਹੀਂ, ਉਹਨਾਂ ਦੇ ਕਾਸਟ ਸਰਟੀਫਿਕੇਟਸ ਬਣੇ ਕਿ ਨਹੀਂ ਬਣੇ, ਸਕਾਲਰਸ਼ਿਪ ਕੋਈ ਲੈ ਰਿਹਾ ਕਿ ਨਹੀਂ, ਦੂਜੇ ਰਿਲੀਜਨਸ ਜਾਂ ਦੂਜੀ ਆਰਗੇਨਾਈਜੇਸ਼ਨ ਜਿਵੇਂ ਕਿ ਨਿਰੰਕਾਰੀ ਜਾਂ ਕ੍ਰਿਸਚੀਅਨਸ, ਉਹਨਾਂ ਦਾ ਕੀ ਪ੍ਰਭਾਵ ਹੈ ਉਸ ਡੇਰੇ ਦੇ ਵਿੱਚ, ਇਹ ਜਾਣਨਾ ਬਹੁਤ ਜ਼ਰੂਰੀ ਹੈ। ਸਾਨੂੰ ਜਦੋਂ ਵੀ ਅਸੀਂ ਕੰਮ ਕਰਨੇ ਤੋਂ ਪਹਿਲੇ ਸਾਨੂੰ ਸਮਝਣਾ ਚਾਹੀਦਾ ਉਹਨਾਂ ਦੀ ਹਾਊਸਿੰਗ ਨੀਡਸ ਕੀ ਹੈ। ਤੁਸੀਂ ਗੁਰਦੁਆਰਾ ਬਣਾ ਦਿਓ ਲੇਕਿਨ ਅਗਲੇ ਟੈਂਟ ਦੇ ਥੱਲੇ ਰਹਿ ਰਹੇ ਨੇ, ਉਹਨਾਂ ਨੂੰ ਰਹਿਣ ਦੀ ਜਗ੍ਹਾ ਹੀ ਨਹੀਂ ਹੈ, ਤੇ ਫਿਰ ਕੋਈ ਫਾਇਦਾ ਨਹੀਂ ਹੁੰਦਾ ਕਿ ਉਹਨਾਂ ਨੂੰ ਹਾਊਸਿੰਗ ਦੀ ਵੀ ਲੋੜ ਹੈਗੀ ਹੈ ਕਿ ਨਹੀਂ। ਜਾਂ ਜੇ ਅਸੀਂ ਸਟੱਡੀ ਸੈਂਟਰ ਬਣਾ ਦਈਏ ਉੱਥੇ ਤੇ ਉੱਥੇ ਟਿਊਸ਼ਨ ਕਲਾਸਿਸ ਚਾਲੂ ਕਰਾ ਦਈਏ ਲੇਕਿਨ ਅਗਲਿਆਂ ਦੇ ਰਹਿਣ ਦੇ ਲਈ ਜੇ ਥਾਂ ਨਹੀਂ ਹੈ ਤਾਂ ਉਹ ਸਟੱਡੀ ਸੈਂਟਰ ਕੀ ਜਾਣਗੇ। ਉਹ ਤਾਂ 15-20 ਦਿਨ ਜਾਂ ਮਹੀਨੇ 2 ਮਹੀਨੇ ਦੇ ਬਾਅਦ ਕਿਤੇ ਹੋਰ ਪਹੁੰਚੇ ਹੁੰਦੇ ਨੇ 100-200 ਕਿਲੋਮੀਟਰ ਦੂਰ, ਉੱਥੋਂ ਆਪਣਾ ਕੰਮ ਚਾਲੂ ਕਰ ਲੈਂਦੇ ਨੇ ਕਿਉਂਕਿ ਸੈਮੀ ਨੋਮੈਡਿਕ ਉਹਨਾਂ ਦੀ ਲਿਵਿੰਗ ਹੈ। ਤੇ ਇਸ ਲਈ ਜ਼ਰੂਰੀ ਹੈ ਕਿ ਉਹਨਾਂ ਦੀ ਹਾਊਸਿੰਗ ਕੰਡੀਸ਼ਨਸ ਕੀ ਹੈ ਇਹ ਸਮਝਣਾ। ਕਸਟਮਸ ਉਹਨਾਂ ਦੇ ਕੀ ਨੇ, ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੰਦ ਕਾਰਜ ਦੇ ਹਿਸਾਬ ਨਾਲ ਉਹਨਾਂ ਦਾ ਵਿਆਹ ਹੁੰਦਾ ਹੈ ਕਿ ਉਹ ਕੋਈ ਲੱਕੜੀ ਜਲਾ ਕੇ, ਅੰਬ ਦੀ ਲੱਕੜੀ ਜਾਂ ਜਾਮੁਨ ਦੀ ਲੱਕੜੀ ਜਲਾ ਕੇ ਉਹਦੇ ਹੀ ਫੇਰੇ ਲੈ ਲੈਂਦੇ ਨੇ। ਇਹ ਵੀ ਸਮਝਣਾ ਬਹੁਤ ਜ਼ਰੂਰੀ ਹੈ ਕਿ ਉਹਨਾਂ ਦੇ ਕਸਟਮਸ ਕੀ ਨੇ, ਮਰਨ ਵੇਲੇ ਕੀ ਕਰਦੇ ਨੇ, ਤੇ ਉਹਨਾਂ ਦੇ ਲੋਕਲ ਲੀਡਰਸ ਦਾ ਕੀ ਸਪੋਰਟ ਹੈ, ਆਸ-ਪਾਸ ਦੀ ਕਮਿਊਨਿਟੀ ਕਿੰਨੀ ਉਹਨਾਂ ਦੇ ਅਗੇਂਸਟ ਹੈ, ਨਾਲ ਹੈ। ਇਹ ਸਾਰਾ ਸਮਝਣ ਦੇ ਬਾਅਦ ਅਸੀਂ ਇੱਕ ਪਲਾਨ ਬਣਾਈਏ ਕਿ ਉਸ ਪਿੰਡ ਜਾਂ ਉਸ ਡੇਰੇ ਦੇ ਵਿੱਚ ਅਸੀਂ ਕੀ ਕੰਮ ਕਰਨਾ ਹੈ, ਜਿਹੜਾ ਕਿ 1 ਸਾਲ 2 ਸਾਲ ਜਾਂ 4 ਸਾਲ ਦਾ ਨਹੀਂ ਬਲਕਿ 10 ਸਾਲ ਦਾ ਪਲਾਨ ਹੋਵੇ। ਅਸੀਂ ਆਪਣਾ ਹੱਥ ਪਾ ਕੇ ਖਿੱਚਣਾ ਨਹੀਂ ਹੈ ਕਿਉਂਕਿ ਉਹ ਖਿੱਚਦੇ ਆ ਤੇ ਕਮਿਊਨਿਟੀ ਹੋਰ ਥੱਲੇ ਨੂੰ ਚਲੀ ਜਾਂਦੀ ਹੈ। ਤੇ ਇਹ ਨਾ ਸੋਚੀਏ ਅਸੀਂ ਕਿ ਇਸ ਸਾਲ ਦੀ ਫੀਸ ਭਰ ਦਿੱਤੀ ਅਗਲੇ ਸਾਲ ਕੀ ਕਰਾਂਗੇ। ਸਾਨੂੰ 10 ਸਾਲ ਦਾ ਪਲਾਨ ਬਣਾਉਣਾ ਹੈ। ਉਹਦੇ ਹਿਸਾਬ ਨਾਲ ਅਸੀਂ ਸੋਚਣਾ ਹੈ ਕਿ ਕੀ ਉਹਨਾਂ ਨੂੰ ਪ੍ਰਾਈਵੇਟ ਇੰਸਟੀਟਿਊਟਸ ਵਿੱਚ ਪੜ੍ਹਨਾ ਹੈ ਕਿ ਸਰਕਾਰੀ ਮਦਦ ਦਿਲਾਣੀ ਹੈ ਉਹਨਾਂ ਨੂੰ, ਉਹ ਜ਼ਿਆਦਾ ਕਾਰਗਰ ਸਿੱਧ ਹੋ ਸਕਦੀ ਹੈ ਕਿ ਨਹੀਂ, ਜਾਂ ਉਹਨਾਂ ਦੇ 10 ਸਾਲ ਦੀ ਐਜੂਕੇਸ਼ਨ ਦਾ ਕੀ ਕਰਨਾ ਹੈ। ਮੈਂ ਆਰਗੇਨਾਈਜੇਸ਼ਨਸ ਦੇਖੀਆਂ ਨੇ, ਜਿਹੜੀ ਦੂਜੀ ਵੀ ਆਰਗੇਨਾਈਜੇਸ਼ਨਸ ਨੇ, ਬੱਚਿਆਂ ਨੂੰ ਪੜ੍ਹਾਉਂਦੇ ਹਾਂ ਅਸੀਂ, ਤੇ 5-8 ਸਾਲ ਦੇ ਬਾਅਦ ਅਸੀਂ ਉਹਦਾ ਨਤੀਜਾ ਦੇਖਦੇ ਹਾਂ। ਮੈਂ ਪੁੱਛਦਾ ਵੀਰ ਜੀ 5 ਸਾਲ 8 ਸਾਲ ਹੋ ਗਏ ਤੁਹਾਨੂੰ, ਤੁਹਾਡੇ ਬੱਚੇ ਜਿਹੜੇ 5ਵੀਂ 'ਚ ਸੀਗੇ ਅੱਜ ਕਿੱਥੇ ਨੇ? ਉਹਨਾਂ ਦਾ ਮੂੰਹ ਥੱਲੇ ਨੂੰ ਹੋ ਜਾਂਦਾ ਹੈ, ਬੋਲਦੇ ਨੇ ਕਿ ਬਈ ਅਸੀਂ ਫੇਲ ਹੋ ਗਏ। ਅਸੀਂ ਗੁਰੂ ਨਾਨਕ ਦੀ ਗੋਲਕ ਦਾ ਪੈਸਾ ਲੈ ਕੇ ਇੰਸਟੀਟਿਊਟਸ ਦੀ ਜੇਬਾਂ 'ਚ ਪਾ ਕੇ ਆਪਣੇ ਬੱਚਿਆਂ ਨੂੰ ਫੇਰ ਵੀ ਨਹੀਂ ਪੜ੍ਹਾ ਪਾ ਰਹੇ ਆ। ਜੇ ਉਹ ਬੱਚੇ ਫੇਰ ਵੀ ਗ੍ਰੈਜੂਏਟ ਨਹੀਂ ਹੋ ਪਾ ਰਹੇ, ਜੇ ਬੱਚੇ 12ਵੀਂ 10ਵੀਂ 8ਵੀਂ ਦੇ ਵਿੱਚ ਡ੍ਰੌਪ ਆਊਟ ਹੋ ਜਾ ਰਹੇ ਨੇ, ਇੱਥੇ ਸਾਡੀ ਗਲਤੀ ਹੈ ਕਿ ਅਸੀਂ ਉੱਥੇ ਜਿਹੜਾ ਫੈਸਲਾ ਲਿਆ ਸੀ ਸਾਰੇ ਬੱਚਿਆਂ ਨੂੰ ਪੜ੍ਹਾਉਣ ਦਾ, ਉਹ ਅਸੀਂ ਗਲਤ ਕੀਤਾ ਸੀ। ਇਹਦੇ ਵਿੱਚ ਅੱਖਰ ਵੀ ਸ਼ਾਮਿਲ ਹੈ ਜਿਹਦੇ ਨਾਲ ਮੈਂ ਕੰਮ ਕਰਦਾ, ਸੋਚ ਵੀ ਸ਼ਾਮਿਲ ਹੈ। ਅੱਜ ਮੈਂ ਵਾਪਸ ਆਪਣੇ ਵੀਰਾਂ ਨਾਲ ਸਵਾਲ ਕਰਦਾ ਕਿ ਵੀਰ ਜੀ ਅਸੀਂ 8 ਸਾਲ ਤੋਂ ਬੱਚਿਆਂ ਨੂੰ ਪੜ੍ਹਾ ਰਹੇ ਹਾਂ, ਤੇ ਗ੍ਰੈਜੂਏਟ ਹੋਣੇ ਚਾਹੀਦੇ ਬੱਚੇ, ਪਰ ਗ੍ਰੈਜੂਏਟ ਇੱਕ ਬੱਚਾ ਹੈ, ਤੁਸੀਂ ਪੜ੍ਹਾ ਰਹੇ ਹੋ 500 800 1000 ਬੱਚਾ, ਤੇ ਹਰ ਬੱਚਾ ਡ੍ਰੌਪ ਆਊਟ ਹੋ ਰਿਹਾ, ਤੇ ਗਲਤੀ ਕਿੱਥੇ ਹੋ ਰਹੀ ਹੈ ਇਹ ਸਾਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅਦਰਵਾਈਜ਼ ਅਸੀਂ ਸਾਰਿਆਂ ਨੂੰ ਗਧੇ ਘੋੜਿਆਂ ਵਾਂਗ ਸਾਰਿਆਂ ਨੂੰ ਪੜ੍ਹਾਉਂਦੇ ਜਾਵਾਂਗੇ, ਉਹਦਾ ਕੋਈ ਫਾਇਦਾ ਨਹੀਂ ਹੋਣਾ। ਤੇ ਇੱਕ ਹੋਰ ਚੀਜ਼ ਅਸੀਂ ਸਿੱਖੀ ਹੈ, ਜਿਹੜਾ ਕਿ ਜਿਹੜੇ ਵੀ ਪਿੰਡ ਵਿੱਚ ਕੰਮ ਕਰ ਰਹੇ ਉੱਥੇ ਸਾਡਾ ਵਰਕਰ ਹੋਣਾ ਜ਼ਰੂਰੀ ਹੈ। ਉੱਥੇ ਇੱਕ ਬਹੁਤ ਹੀ ਅੱਛਾ ਨੌਜਵਾਨ ਵੀਰ ਜਾਂ ਭੈਣ ਨੂੰ ਪੁਲ ਅਪ ਕਰਕੇ ਉਹਨੂੰ ਟ੍ਰੇਨ ਕਰਕੇ ਉਹਦੇ ਹੱਥ 'ਚ ਸਾਰੀ ਬਾਗਡੋਰ ਸੰਭਾਲਣੀ ਹੈ, ਕਿਉਂਕਿ ਵੀ ਕੈਨੋਟ ਬੀ ਇਨ ਐਵਰੀ ਪਲੇਸ ਇਨ ਐਵਰੀ ਡਿਸਟ੍ਰਿਕਟ। ਸਾਡੀ ਇਹ ਆਸ ਹੈਗੀ ਹੈ ਕਿ ਇੱਕ ਸਰਵੇ ਕਰਾਇਆ ਜਾਏ, ਕਿਉਂਕਿ ਸਾਨੂੰ ਪਤਾ ਹੀ ਨਹੀਂ ਹੈ ਕਿ ਸਾਡਾ ਕੰਮ ਕਿੰਨਾ ਵੱਡਾ ਆ। ਬੰਜਾਰੇ ਕਿੰਨੇ ਨੇ, ਨਾਨਕ ਨਾਮ ਲੇਵਾ ਕਿੰਨੇ ਨੇ, ਸਿੱਖ ਲੀਗਰ ਕਿੰਨੇ, ਸਾਨੂੰ ਉਹੀ ਉਨਾ ਹੀ ਦਿਸਦਾ ਹੈ ਜਿੱਥੇ ਅਸੀਂ ਰਹਿੰਦੇ ਨੇ। ਜੇ ਮੈਂ ਹੈਦਰਾਬਾਦ ਆ ਗਿਆ, ਮੈਨੂੰ ਹੈਦਰਾਬਾਦ ਤੋਂ ਅੱਗੇ ਪਰੇ ਦਿਸਦਾ ਨਹੀਂ ਹੈ। ਤੇ ਇੱਕ ਇੰਸਟੀਟਿਊਟ ਆਫ ਸਿੱਖ ਸਟੱਡੀਜ਼ ਦੇ ਇਹ ਕੰਮ ਕਰਾਵੇ ਕਿ ਬਈ ਇੱਕ ਵਰਕਰ ਜਿਹੜਾ ਹੈ ਉਹ ਆਲ ਓਵਰ ਇੰਡੀਆ ਘੁੰਮ ਕੇ ਡੇਰੇ ਟੂ ਡੇਰੇ, ਕਿਉਂਕਿ ਇਹਨਾਂ ਦੀ ਰਿਸ਼ਤੇਦਾਰੀ 200-250 ਕਿਲੋਮੀਟਰ ਦੀ ਹੁੰਦੀ ਹੈ, ਇੱਕ ਡੇਰੇ ਤੋਂ ਦੂਜੇ ਡੇਰੇ, ਦੂਜੇ ਤੋਂ ਤੀਜੇ ਡੇਰੇ, ਉਹ ਅਸੀਂ ਅਰੇਂਜ ਕਰਾਵਾਂਗੇ ਕਿ ਉਹਨਾਂ ਦਾ ਪਾਥ ਕੀ ਹੈ, ਕਿਸ ਰਸਤੇ ਤੋਂ ਜਾਣਗੇ, ਤੇ ਸਾਰੇ ਡੇਰੇ ਕਵਰ ਕਰਕੇ। ਇਹ ਜਿਹੜਾ ਸਾਡੇ ਕੋਲ ਫਾਰਮ ਬਣਿਆ ਹੋਇਆ ਜਿਹਦੇ ਵਿੱਚ ਅਸੀਂ ਸਰਵੇ ਕਰਦੇ ਹਾਂ, ਕੀ ਚੈੱਕ ਕਰਨਾ ਹੈ, ਕੀ ਪੁੱਛਣਾ ਹੈ, ਕਿਉਂਕਿ ਇੱਕ ਵਾਰੀ ਸਰਵੇ ਕੀਤਾ ਜਾ ਸਕਦਾ ਹੈ, ਪਰ ਸਾਨੂੰ ਪਤਾ ਤਾਂ ਲੱਗੇ ਸਾਡੀ ਪ੍ਰੋਬਲਮ ਕੀ ਹੈ। ਉਹਦੇ ਬਾਅਦ ਅਸੀਂ ਬੈਠ ਕੇ ਸੋਲਿਊਸ਼ਨ ਦੇਖਾਂਗੇ ਕਿ ਬਈ ਸਾਨੂੰ 10,000 ਪ੍ਰਚਾਰਕ ਚਾਹੀਦੇ ਕਿ 1000 ਪ੍ਰਚਾਰਕ ਚਾਹੀਦੇ ਆਲ ਓਵਰ ਇੰਡੀਆ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਲਈ ਇਸ ਕਮਿਊਨਿਟੀ ਵਿੱਚ। ਸਿਮਿਲਰਲੀ ਸਾਨੂੰ ਟਿਊਸ਼ਨ ਟੀਚਰਸ ਕਿੰਨੇ ਚਾਹੀਦੇ, ਸਾਨੂੰ ਹੈਲਥ ਕੈਂਪਸ ਕਿਹੜੇ ਲਗਾਉਣੇ ਨੇ, ਸਾਡਾ ਹੈਲਥ ਸੈਟਅਪ ਕਿਵੇਂ ਹੋਵੇ, ਇਹ ਤੇ ਸਰਟੀਫਿਕੇਟਸ ਕਿੱਥੇ ਬਣਦੇ ਨੇ, ਕਿੱਥੇ ਨਹੀਂ ਬਣਦੇ ਨੇ। ਕਈ ਡਿਸਟ੍ਰਿਕਟਸ ਦੇ ਵਿੱਚ ਤਾਂ ਸਰਟੀਫਿਕੇਟ ਬਣਦੇ ਹੀ ਨਹੀਂ, ਕਈ ਡਿਸਟ੍ਰਿਕਟਸ ਦੇ ਵਿੱਚ ਸਿੱਖ ਲੀਗਰਾਂ ਦੇ ਬੰਜਾਰਿਆਂ ਦੇ ਬਣਦੇ ਨੇ ਪਰ ਔਖੇ ਸੌਖੇ ਹੋ ਗਏ, ਕਿਤੇ ਆਰਾਮ ਨਾਲ ਵੀ ਬਣ ਜਾਂਦੇ ਨੇ।
ਇਹ ਸਾਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੇ ਡਿਸਟ੍ਰਿਕਟ ਦੇ ਵਿੱਚ ਬਿਲਕੁਲ ਨਹੀਂ ਬਣ ਰਹੇ, ਉੱਥੇ ਜਾ ਕੇ ਅਸੀਂ ਅਪਰੋਚ ਕਰੀਏ ਐਜ਼ ਅ ਇੰਸਟੀਚਿਊਟ ਆਫ ਸਿੱਖ ਸਟੱਡੀਜ਼। ਤੇ ਇਹ ਮੇਰੀ ਗੁਜ਼ਾਰਿਸ਼ ਹੈਗੀ ਹੈ, ਕਿਉਂਕਿ ਇਹ ਇੱਕ ਆਰਗੇਨਾਈਜੇਸ਼ਨ ਦਾ ਕੰਮ ਨਹੀਂ ਹੈ, ਇਹ ਇੱਕ ਆਰਗੇਨਾਈਜੇਸ਼ਨ ਇਕੱਲੀ ਨਹੀਂ ਕਰ ਸਕਦੀ, ਇਹ ਪੂਰਾ ਨੈਟਵਰਕ ਕਰਕੇ ਅਸੀਂ ਆਪਣਾ ਇੱਕ ਸਰਵੇ ਕਰਾਈਏ, ਪਤਾ ਲੱਗੇ ਕੰਮ ਕਿੰਨਾ ਵੱਡਾ ਹੈ, ਉਹਦੇ ਬਾਅਦ ਬੈਠ ਕੇ ਪਲੈਨਿੰਗ ਕਰੀਏ ਕਿ 10 ਸਾਲ ਦੇ ਵਿੱਚ ਅਸੀਂ ਕਿੱਥੇ ਪਹੁੰਚਣਾ ਹੈ, ਕਿੰਨੇ ਬੱਚਿਆਂ ਨੂੰ ਪੜ੍ਹਾਉਣਾ ਹੈ, ਕਿੰਨੇ ਹੀਰੇ ਨਿਕਾਲਣੇ ਨੇ ਉਹਨਾਂ ਵਿੱਚੋਂ। ਇਹਨਾਂ ਹੀ ਗੱਲਾਂ ਦੇ ਨਾਲ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਚੀਜ਼ ਤਾਂ ਹੈਗੀ ਜਿਹੜੇ ਸਿੱਖ ਨੇ ਜੀ, ਇਹਨਾਂ ਨੂੰ ਆਪਣੀ ਮਦਦ ਆਪ ਕਰਨੀ ਪੈਣੀ ਹੈ, ਹੋਰ ਕੋਈ ਬਾਹਰੋਂ ਆ ਕੇ ਨਹੀਂ ਕਰ ਸਕਦਾ। ਇਹ ਜਿਹੜੇ ਮੇਰੇ ਦਿਮਾਗ 'ਚ ਪੁਆਇੰਟ ਆਏ ਨੇ ਉਹ ਇਸ ਪ੍ਰਕਾਰ ਨੇ। A trust fund or corpus needs to be created at the earliest and used for the welfare of these people. ਇਹ ਕੰਮ ਕਈ ਹੋਰ ਹੋ ਵੀ ਰਹੇ ਨੇ, ਐਸੀ ਗੱਲ ਨਹੀਂ ਹੈ। These sections of Sikhs have to be identified, approached and helped wherever they may be. Wherever a substantial population of these people exists, a cell should be created with basic infrastructure for their welfare and assistance. The cell may comprise of some volunteers and dedicated Sikhs with 1 or 2 representatives from the respective tribe or section. The tasks of the cell so created may include make them aware of their rights and government schemes and Sikh organizations from which they can benefit. It is vital that the cell so created should identify the needs, social, economic, legal and religious of these disadvantaged sections and look for ways and means, local and external, to provide education, social uplift and empowerment for these 6 sections. ਮੇਰੀ ਜੋ ਰਾਏ ਹੈ ਮਲਤਾਨੀ ਜੀ ਦੇ ਅੱਗੇ ਤੇ ਬਾਕੀ ਸਾਰਿਆਂ ਦੇ ਅੱਗੇ ਕਿ ਅਸੀਂ ਇੱਕ ਆਪਣਾ ਸੈਂਟਰਲ ਆਫਿਸ ਬਣਾਇਆ ਜਾਵੇ। ਅੱਜ ਜੋ ਅਸੀਂ ਕਿਸੇ ਚੀਜ਼ ਨੂੰ ਅਚੀਵ ਕਰ ਸਕਦੇ ਹਾਂ ਉਹ ਇੱਕੋ ਹੀ ਇੱਕ ਤਰੀਕਾ ਹੈ ਕੋਲੋਬਰੇਸ਼ਨ ਦਾ ਤੇ ਕਾਰਪੋਰੇਸ਼ਨ ਦਾ। ਜਿਸ ਬੰਦੇ ਦੀ ਜੋ ਤਾਕਤ ਹੈ, ਜਿਸ ਏਰੀਏ 'ਚ ਤਾਕਤ ਹੈ, ਉਹਨੂੰ ਉਸ ਤਰ੍ਹਾਂ ਦੀਆਂ ਡਿਊਟੀਆਂ ਲਾ ਕੇ ਉਹਨੂੰ ਇੱਕ ਚੀਜ਼ 'ਚ ਪ੍ਰੋਫੈਸ਼ਨਲ ਕਰਕੇ ਕੋਈ ਐਜੂਕੇਸ਼ਨ ਲਵੇ, ਕੋਈ ਇਸ ਤਰ੍ਹਾਂ ਅਲੱਗ-ਅਲੱਗ ਡਿਊਟੀਆਂ ਵੰਡੀਆਂ ਜਾਣ ਤੇ ਉਹਦੇ ਵਿੱਚ ਅਸੀਂ ਲੱਗਦਾ ਹੈ ਕਿ ਇੱਕ ਬਹੁਤ ਅੱਛਾ ਅਚੀਵਮੈਂਟ ਕਰ ਪਾਵਾਂਗੇ। ਮੇਰੀਆਂ ਸ਼ੁਭਕਾਮਨਾਵਾਂ, ਜੋ ਵੀ ਸੇਵਾ ਲਾਓ ਹਾਜ਼ਰ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਵਿੱਚ ਅਨੁਸੂਚਿਤ ਜਾਤੀ ਹੈ, ਅਨੁਸੂਚਿਤ ਕਬੀਲੇ ਨਹੀਂ ਹਨ। ਹਾਲਾਂਕਿ ਇਹ ਬਹੁਤ ਸਾਰੀਆਂ ਕਾਸਟਾਂ ਜਿੱਦਾਂ ਸ਼ਿਕਲੀਗਰ ਨੇ, ਭੇਡਕੋਟ ਹੈ, ਹੋਰ ਨੱਟ ਨੇ, ਗੰਦੀਲਾ ਨੇ, ਇਹਨਾਂ ਨੂੰ ਸ਼ਡਿਊਲ ਟਰਾਈਬ 'ਚ ਆਉਣਾ ਚਾਹੀਦਾ ਸੀਗਾ। ਲੇਕਿਨ 1950 ਦੀ ਲਿਸਟ ਬੜੀ ਤੇਜ਼ੀ ਦੇ ਨਾਲ ਬਣੀ ਤੇ ਇਹਨਾਂ ਨੂੰ ਵੀ ਸ਼ਡਿਊਲ ਕਾਸਟ ਦੇ ਵਿੱਚ ਪਾ ਦਿੱਤਾ ਗਿਆ। ਜਿਹੜੀਆਂ ਜਾਤੀਆਂ ਥੋੜ੍ਹੀਆਂ ਅਗਾਂਹ ਵਧੂ ਸੀ, ਜ਼ਿਆਦਾ ਪੜ੍ਹੀਆਂ ਲਿਖੀਆਂ ਸੀਗੀਆਂ, ਉਹਨਾਂ ਦੇ ਨਾਲ ਕਲੱਬ ਕਰਨ ਦਾ ਨਤੀਜਾ ਇਹ ਹੋਇਆ ਕਿ ਕਦੀ ਵੀ ਇਹਨਾਂ ਨੂੰ ਰਿਜ਼ਰਵੇਸ਼ਨ ਦਾ ਲਾਭ ਨਹੀਂ ਹੋਇਆ ਪੰਜਾਬ ਦੇ ਵਿੱਚ। ਪੰਜਾਬ ਦੇ ਵਿੱਚ ਵੈਸੇ ਪੰਜਾਬ ਸਰਕਾਰ ਦੀ ਤੇ ਪੰਜਾਬ ਦੇ ਲੋਕਾਂ ਦੀ ਜਿਹੜੇ ਥੋੜ੍ਹਾ ਪੜ੍ਹੇ ਲਿਖੇ ਨੇ, ਚਾਹੇ ਉਹ ਸਿੱਖ ਨੇ ਤੇ ਚਾਹੇ ਉਹ ਹਿੰਦੂ ਨੇ ਤੇ ਚਾਹੇ ਕੋਈ ਵੀ ਨੇ, ਉਹਨਾਂ ਦੀ ਕੋਈ ਮਨਸ਼ਾ ਨਹੀਂ ਹੈ ਇਹਨਾਂ ਲੋਕਾਂ ਨੂੰ ਉੱਪਰ ਚੱਕਣ ਦੀ। ਇਹ ਸਭ ਝੂਠ ਮੂਠ ਦੀਆਂ ਕਹਾਣੀਆਂ ਨੇ ਕਿ ਉਹ ਸ਼ਿਕਲੀਗਰਾਂ ਦਾ ਸੈਮੀਨਾਰ ਬੁਲਾ ਕੇ ਤੇ ਇਹਨਾਂ ਨੂੰ ਤਾਂ ਚੱਕ ਦੇਣਗੇ। ਮਾਫ਼ ਕਰਨਾ, ਇਹ ਪੂਰੇ ਹਿੰਦੁਸਤਾਨ 'ਚ ਇਹੀ ਪ੍ਰਵਿਰਤੀ ਹੈਗੀ ਹੈ। ਲੇਕਿਨ ਹੁਣ ਇੱਕ ਬੁਰੀ ਖਬਰ ਇਹ ਹੈਗੀ ਹੈ ਕਿ ਜਿਨ੍ਹਾਂ ਲੋਕਾਂ ਦੇ ਵਿੱਚ ਐਜੂਕੇਸ਼ਨ ਦਾ ਸਟੈਂਡਰਡ ਪਹਿਲੇ ਬਹੁਤ ਜ਼ਿਆਦਾ ਅੱਛਾ ਸੀਗਾ ਉਹ ਵੀ ਗਿਰ ਗਿਆ। ਸ਼ਾਇਦ ਕੁਝ ਲੋਕ ਸੋਚਦੇ ਹੋਣਗੇ ਕਿ ਜੇ ਸਾਡਾ ਬੂਹਾ ਸੀ ਤੇ ਵੀ ਸਾਡੇ ਨਾਲ ਆ ਮਿਲੇ ਨੇ, ਲੇਕਿਨ ਇਹ ਖਤਰੇ ਦੀ ਘੰਟੀ ਹੈਗੀ ਹੈ। ਉਹ ਚੰਦ ਬੱਚੇ ਨਾ ਦੇਖੋ ਜਿਹੜੇ ਇੱਥੋਂ ਪੜ੍ਹ ਕੇ ਤੇ ਅਮਰੀਕਾ ਦੀਆਂ ਯੂਨੀਵਰਸਿਟੀਆਂ 'ਚ ਵੱਡਾ ਕੰਮ ਕਰਦੇ ਤੇ ਵੱਡੇ ਪੈਸੇ ਕਮਾ ਰਹੇ ਨੇ। ਮੈਂ ਪਿਛਲੇ ਕਮ ਸੇ ਕਮ 2 ਮਹੀਨਿਆਂ ਦੇ ਵਿੱਚ 10,000 ਸਟੂਡੈਂਟਸ ਨਾਲ ਇੰਟਰੈਕਟ ਕੀਤਾ ਹੈਗਾ। ਪਟਵਾ ਦੀ ਇੱਕ ਬਹੁਤ ਹੀ ਛੋਟੀ ਰੈਵਨਿਊ ਡਿਪਾਰਟਮੈਂਟ ਦੀ ਹੁੰਦੀ ਹੈ ਪੋਸਟ, ਉਹਦੇ ਵਾਸਤੇ 1.5 ਲੱਖ ਲੋਕਾਂ ਨੇ ਅਪਲਾਈ ਕੀਤਾ ਤੇ ਉਹਦੇ 'ਚੋਂ 90% ਇੰਜੀਨੀਅਰਿੰਗ ਗ੍ਰੈਜੂਏਟ ਹਨ। ਸੋ ਮੇਰੀ ਤੇ ਇਹੀ ਮਨਸ਼ਾ ਹੈ ਕਿ ਕੇਵਲ ਪੰਜਾਬ ਤੋਂ ਬਾਅਦ ਤੁਸੀਂ ਕੰਮ ਕਰਦੇ ਹੋ, ਬੜੀ ਖੁਸ਼ੀ ਗੱਲ ਹੈ। ਮੈਂ ਪੰਜਾਬ ਤੋਂ ਬਾਅਦ ਦਾ ਨਹੀਂ ਗੱਲ ਕਰ ਸਕਦਾ, ਮੈਂ ਤਾਂ ਬਹੁਤ ਹੀ ਛੋਟਾ ਜਿਹਾ ਬੰਦਾ, ਇੱਥੇ ਕੰਸਨਟਰੇਟ ਹਾਂ। ਪੰਜਾਬ ਦੇ ਕੁਝ ਏਰੀਆ ਦੇ ਵਿੱਚ ਸ਼ਿਕਲੀਗਰ, ਕੱਲੀ ਸ਼ਿਕਲੀਗਰ ਨਹੀਂ, ਹੋਰ ਵੀ ਇਹਦੇ ਨਾਲ ਮਿਲਦੀਆਂ ਜੁਲਦੀਆਂ ਕਮ ਸੇ ਕਮ 25 ਕਾਸਟਾਂ ਨੇ, ਛੋਟੀਆਂ। ਕਿਸੇ ਦੇ ਆਬਾਦੀ ਪੰਜਾਬ ਪੂਰੇ 'ਚ 10,000 ਹੈ, ਕਿਸੇ ਦੀ 50,000 ਹੈ, ਇਸ ਤੋਂ ਜ਼ਿਆਦਾ ਨਹੀਂ ਹੈ। ਇਹਨਾਂ ਦਾ ਵੀ ਇਕੱਠ ਕਰਕੇ ਇਹਨਾਂ ਦੀ ਵੀ ਗੱਲ ਸੁਣੀ ਜਾਏ ਤੇ ਇਹਨਾਂ ਦੀ ਪ੍ਰਫੁੱਲਤਾ ਵਾਸਤੇ ਵੀ ਜਿਹੜਾ ਹੈ ਕੋਈ ਕੰਮ ਚਲਾਇਆ ਜਾਏ। ਇਹ ਗਰੀਬ ਨਹੀਂ ਹੋ, ਇਹ ਜ਼ਰੂਰਤਮੰਦ ਨੇ, ਇਹ ਭੀਖ ਨਹੀਂ ਮੰਗਦੇ। ਅਸੀਂ ਇਹਨੂੰ ਗਰੀਬ ਨਹੀਂ ਕਹਿਣਾ ਚਾਹੀਦਾ, ਨਾ ਗਰੀਬ ਨੇ। ਇਹ ਮਿਹਨਤ ਕਰਦੇ ਨੇ ਦਿਨ ਰਾਤ, ਮਿਹਨਤ ਕਰਕੇ ਜਿੰਨੀ ਕਮਾਈ ਕਰਦੇ ਨੇ ਉਹਦੇ 'ਚ ਆਪਣਾ ਗੁਜ਼ਾਰਾ ਕਰਦੇ ਨੇ। ਮੇਰਾ ਆਪਣਾ ਪਰਸਨਲ ਵਿਚਾਰ ਹੈ
ਕਿ ਅਸੀਂ ਆਪਣੇ ਜਿੰਨੀਆਂ ਵੀ ਸਾਡੀਆਂ ਸੰਸਥਾਵਾਂ ਨੇ SGPC ਤੋਂ ਲੈ ਕੇ ਦਿੱਲੀ ਕਮੇਟੀ, ਬੜੇ ਬੜੇ ਗੁਰਦੁਆਰੇ, ਹੋਰ ਬੜੀਆਂ, ਇਹਨਾਂ ਦਾ ਦਸਵੰਧ ਜਿਹੜਾ ਹੈ ਉਹ ਇਹ ਜ਼ਰੂਰਤਮੰਦ ਲੋਕਾਂ ਵਾਸਤੇ ਰੱਖਿਆ ਜਾਵੇ। ਇਹ ਇਸ ਤਰ੍ਹਾਂ ਦੀ ਇੱਕ ਕੋਈ ਲਹਿਰ ਚੱਲੇ, ਪੈਸੇ ਬਗੈਰ ਨਹੀਂ ਹੋ ਸਕਦਾ। ਇਹਨਾਂ ਦੇ ਘਰ ਕੋਈ ਨਹੀਂ, ਇਹ ਬੱਚਿਆਂ ਨੂੰ ਪੜ੍ਹਾ ਨਹੀਂ ਸਕਦੇ, ਇਹਨਾਂ ਦੀ ਬਹੁਤ ਹੀ ਤਕਲੀਫਾਂ ਨੇ। तो अगर इस तरीके ਦੇ ਨਾਲ ਇਹ ਕੁਝ ਹੋ ਜਾਏ ਤਾਂ ਕਿ ਇੰਸਟੀਟਿਊਸ਼ਨਲਾਈਜ਼ ਹੋ ਗਏ। ਜੇ ਮੇਰੇ ਆਪਣੇ ਪਿੰਡ ਦੇ ਗੁਰਦੁਆਰੇ ਦੀ 20,000 ਇਨਕਮ ਹੋਵੇ ਸਾਲ ਦੀ, ਉਹਦੇ ਵਿੱਚ ਵੀ 10% ਅਸੀਂ ਕਹਿੰਦੇ ਇਹ ਜ਼ਰੂਰਤਮੰਦ ਜਿਹੜੇ ਸਿੱਖ ਨੇ ਇਹਨਾਂ ਨੂੰ ਦਿੱਤੇ ਗਏ। ਤਾਂ ਬੜੇ ਵੱਡੇ ਅਦਾਰਿਆਂ ਦੇ ਵਿੱਚ ਉਹਨਾਂ ਦੇ ਕੋਲੋਂ ਇਹ 10% ਕੱਢਣਾ ਕੋਈ ਮੁਸ਼ਕਿਲ ਨਹੀਂ। ਜਿਸ ਤਰ੍ਹਾਂ ਮੇਰੇ ਵੀਰ ਨੇ ਪਹਿਲਾਂ ਵੀ ਕਿਹਾ ਸੀ, ਅਸੀਂ ਸੋਨਾ ਨਾ ਲਾਈਏ, ਅਸੀਂ ਸੰਗੇ ਮਰਮਰ ਨਾ ਲਾਈਏ, ਅਸੀਂ ਉਹੀ ਪੈਸਾ ਇਹਨਾਂ ਤੇ ਲਾਈਏ, ਤੇ ਮੈਂ ਸਮਝਾਂਗਾ ਕਿ ਅਸੀਂ ਇਹਨਾਂ ਦੀ ਕੋਈ ਮਦਦ ਕਰ ਸਕਦੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ। ਸਟਾਰਟਿੰਗ ਪੁਆਇੰਟ ਤੇ ਅਸੀਂ 9 ਬੱਚੇ ਸਟਾਰਟ ਕੀਤੇ ਸਨ, ਜਿਨ੍ਹਾਂ ਵਾਸਤੇ ਨਾ ਕੋਈ ਖਾਣਾ ਨਾ ਕੋਈ ਕੁਛ, ਬੜੀ ਮੁਸ਼ਕਿਲ ਦੇ ਨਾਲ ਆਪਣੇ ਗੁਰਦੁਆਰੇ 'ਚ ਰੱਖ ਕੇ ਉਹਨਾਂ ਨੂੰ, ਭਾਈ ਸਾਹਿਬ ਜੀ ਨੂੰ, ਆਪਣੇ ਪ੍ਰਧਾਨ ਸਾਹਿਬ ਨੂੰ ਮਨਾ ਕੇ ਇਹ ਸਟਾਰਟ ਕੀਤਾ ਜੀ ਸੀ 9 ਬੱਚਿਆਂ ਤੋਂ। 9 ਤੋਂ ਬਾਅਦ 15 ਬੱਚੇ ਹੋਏ, 15 ਤੋਂ ਬਾਅਦ 23, ਇਸ ਤਰ੍ਹਾਂ ਵੱਧਦੇ ਹੁਣ ਇਸ ਵੇਲੇ 66 ਬੱਚੇ ਹਨ ਸਾਡੇ ਕੋਲੋਂ, ਜਿਨ੍ਹਾਂ ਦਾ ਰਹਿਣ ਸਹਿਣ ਦਾ ਪ੍ਰਬੰਧ, ਖਾਣ ਪੀਣ ਦਾ ਪ੍ਰਬੰਧ, ਕੱਪੜੇ ਦਾ ਪ੍ਰਬੰਧ, ਸਾਰਾ ਪ੍ਰਬੰਧ ਗੁਰਦੁਆਰੇ ਹੀ ਕੀਤਾ ਜਾਂਦਾ। ਬੱਚੇ ਪੜ੍ਹਨ ਵਾਸਤੇ ਨਾਲ ਹੀ ਸਿਟੀਜ਼ਨ ਪਬਲਿਕ ਸਕੂਲ ਹੈ ਜਿੱਥੇ ਭੇਜੇ ਜਾਂਦੇ ਹਨ। ਸਵੇਰੇ ਉਠਾ ਕੇ ਬੱਚਿਆਂ ਨੂੰ ਨਿਤਨੇਮ ਕਰਾਇਆ ਜਾਂਦਾ ਰੋਜ਼। ਬੱਚਿਆਂ ਨੂੰ ਗੁਰਬਾਣੀ ਕਾਫੀ ਕੰਠ ਹੋ ਗਈ ਹੈ ਔਰ ਬੱਚੇ ਪੂਰੇ ਗੁਰਮਤਿ ਵਿੱਚ ਹਨ। ਜਿਹੜੇ ਕਿ ਇਸ ਵੇਲੇ ਬੱਚਾ ਇੱਕ ਮਕੈਨੀਕਲ ਇੰਜੀਨੀਅਰਿੰਗ ਦੀ ਫਾਈਨਲ ਈਅਰ 'ਚ ਹੈ, ਉਹ ਟਾਟਾ ਸਟੀਲ ਪਲਾਂਟ ਵਿਸ਼ਾਖਾਪਟਨਮ ਤੋਂ ਇੰਟਰਨਸ਼ਿਪ ਵਾਸਤੇ ਹੋ ਕੇ ਆਇਆ, ਹੁਣ ਇਸ ਵੇਲੇ ਫਾਈਨਲ ਈਅਰ 'ਚ ਹੈਗਾ ਜੀ। ਜਿਹੜਾ ਕਿ ਅੱਗੋਂ ਮੈਨੂੰ ਬਹੁਤ ਉਮੀਦ ਹੈ ਉਸ ਬੱਚੇ ਤੇ, ਉਹ ਚਾਹੁੰਦਾ ਕਿ ਮੈਂ IAS ਆਫਿਸਰ ਬਣਾ। ਹੋਰ ਵੀ ਜਿਹੜੇ ਬੱਚੇ ਨੂੰ ਇਸ ਵੇਲੇ 10th ਕਰਕੇ 2 ਬੱਚੇ ਕਾਲਜ ਚਲੇ ਗਏ ਹਨ, ਉਹ ਬੱਚੇ ਵੀ ਚਾਹੁੰਦੇ ਹਨ ਕਿ ਅਸੀਂ ਕੁਝ ਨਾ ਕੁਝ ਬਣੀਏ। ਸਾਰੇ ਬੱਚਿਆਂ ਦੀ ਅੰਦਰੋਂ ਇੰਨੀ ਜ਼ਿਆਦਾ ਇੰਸਪਾਇਰੇਸ਼ਨ ਹੈ ਕਿ ਅਸੀਂ ਬਣ ਕੇ ਆਪਣੀ ਕੌਮ ਵਾਸਤੇ ਕੁਝ ਨਾ ਕੁਝ ਕਰੀਏ। ਮੈਂ ਖਾਲੀ ਇੱਕ ਗੱਲ ਤੇ ਜ਼ੋਰ ਦੇਣਾ ਚਾਹੁੰਦਾ ਹਾਂ, ਕੰਮ ਬਹੁਤ ਵੱਡਾ ਹੈ, ਟੀਮ ਵੀ ਸਾਨੂੰ ਵਧਾਉਣੀ ਚਾਹੀਦੀ ਹੈ। ਅਸੀਂ ਜਿਸ ਏਰੀਆ ਦੇ ਵਿੱਚ ਕੰਮ ਕਰ ਰਹੇ ਹਾਂ ਨਾਲ ਹੋਰ ਵਰਕਰ ਤਿਆਰ ਕਰੀਏ। ਮੈਂ ਬੰਬਈ ਦਾ ਇੱਕ ਉਦਾਹਰਣ ਆਪ ਜੀ ਨਾਲ ਸ਼ੇਅਰ ਕਰਨਾ ਚਾਹਾਂਗਾ। ਸਾਡਾ ਮੁੱਖ ਕੰਮ ਉੱਥੇ ਧਰਮ ਪ੍ਰਚਾਰ ਦਾ ਸੀ। ਕੁਝ ਲੜਕੇ ਸਾਡੇ ਤੋਂ ਬਾਗੀ ਹੋ ਗਏ ਸਨ, ਸਾਡੇ ਕੋਲ ਆਉਂਦੇ ਸਨ। ਅਸੀਂ ਉਹਨਾਂ ਨੂੰ ਇੱਕ ਕੰਮ ਸੌਂਪ ਦਿੱਤਾ, ਕਰੋ ਘਰ ਦੀ ਸਫਾਈ ਨਾਲੇ ਸਮਾਜ ਦੀ ਭਲਾਈ। ਪੈਂਫਲੇਟ ਬਣਾਇਆ, ਘਰਾਂ ਜਾ ਕੇ ਤੁਸੀਂ ਇਹ ਪੈਂਫਲੇਟ ਦਿਓ, ਸਕ੍ਰੈਪ ਇਕੱਠਾ ਕਰੋ, ਇੱਕ ਗੁਰਦੁਆਰਾ ਸਾਹਿਬ ਨੂੰ ਸੈਂਟਰ ਬਣਾਓ। ਅੱਜ ਬਹੁਤ ਸਾਰੇ ਲੜਕੇ ਜੋ ਸੰਸਥਾ ਨੂੰ ਛੱਡ ਗਏ ਸਨ ਵਾਪਸ ਆ ਗਏ। ਕੰਮ ਉਹਨਾਂ ਨੂੰ ਕੁਝ ਕੰਮ ਕਰਨ ਨੂੰ ਮਿਲ ਗਿਆ ਹੈ। ਬਹੁਤ ਸਾਰੇ ਗੁਰਦੁਆਰੇ ਸੈਂਟਰ ਬਣ ਗਏ ਨੇ। ਸਕ੍ਰੈਪ ਆਉਂਦਾ ਹੈ, ਉਸ ਨੂੰ ਜੋ ਵੇਚ ਕੇ ਜੋ ਪੈਸਾ ਆਉਂਦਾ ਇਹਨਾਂ ਦੀ ਐਜੂਕੇਸ਼ਨ 'ਤੇ ਸੀ। ਜਿਵੇਂ ਵੀਰਿੰਦਰਜੀਤ ਸਿੰਘ ਨੇ ਦੱਸਿਆ ਹੈ, ਅਲੱਗ-ਅਲੱਗ ਏਰੀਆ ਭੁਸਾਵਲ ਹੈ, ਰੰਡੋਲ ਹੈ, ਨਾਸਿਕ ਹੈ, ਪੂਨਾ ਹੈ, ਬਹੁਤ ਸਾਰੇ ਏਰੀਆਸ, ਲਗਭਗ 900 ਤੋਂ 1000 ਬੱਚਿਆਂ ਦੀ ਐਜੂਕੇਸ਼ਨ ਉਸ ਦੇ ਨਾਲ ਹੋਰ ਦਸਵੰਧ ਦੇ ਨਾਲ ਸਪਾਂਸਰ ਹੋ ਰਹੀ ਹੈ। ਇੱਕ ਟੀਮ ਵਧਾਉਣੀ ਅਸੀਂ ਬਹੁਤ ਜ਼ਰੂਰੀ ਹੈ, ਕਿਉਂਕਿ ਨੌਜਵਾਨ ਨੂੰ ਅਸੀਂ ਅੱਗੇ ਕਰਨਾ ਹੈ। ਉਹਨਾਂ ਨੂੰ ਲੱਗੇ ਕਿ ਸਾਨੂੰ ਕੋਈ ਪੁੱਛ ਰਿਹਾ ਹੈ, ਸਾਨੂੰ ਕੋਈ ਕੰਮ ਦੇ ਰਿਹਾ ਹੈ। ਦੂਜੀ ਇੱਕ ਗੱਲ, ਭਾਵਨਾ ਜੋ ਹੈ ਸਾਡੀ ਕੈਸੀ ਹੋਣੀ ਚਾਹੀਦੀ ਹੈ। ਬੜੀ ਸ਼ਰਧਾ ਹੈ ਸਾਡੇ ਗੁਰੂਆਂ ਦੇ ਪ੍ਰਤੀ। ਜਿੱਥੇ ਦੇਖਦੇ ਹਾਂ ਬਾਬੇ ਦੇ ਇੱਥੇ ਚਰਨ ਪਏ ਨੇ, ਅਸੀਂ ਉੱਥੇ ਬਹੁਤ ਸ਼ਾਨਦਾਰ ਗੁਰਦੁਆਰੇ ਬਣਾਏ ਨੇ। ਪਰ ਇਹਨਾਂ ਸਿਕਲੀਕਰਨ ਦੇ ਸਰੂਪਾਂ ਨੂੰ ਦੇਖ ਕੇ ਅਸੀਂ ਸੰਗਤ ਵਿੱਚ ਇਹ ਚੀਜ਼ ਕਿਉਂ ਨਹੀਂ ਪੈਦਾ ਕਰਦੇ ਕਿ ਇਹ ਵੀ ਬਾਬੇ ਦੇ ਚਰਨਾਂ ਦੀ ਨਿਸ਼ਾਨੀ ਹੈ, ਇਹਨਾਂ ਉੱਤੇ ਵੀ ਬਾਬੇ ਦੇ ਚਰਨ ਪਏ ਨੇ, ਕਿਉਂ ਨਾ ਅਸੀਂ ਇਹਨਾਂ ਨੂੰ ਵੀ ਸਜਾਈਏ, ਸਵਾਰੀਏ। ਭੈਣ ਜੀ ਨੇ ਜਿਸ ਭਾਵਨਾ ਦੇ ਨਾਲ ਕੰਮ ਕਰ ਰਹੇ ਨੇ, ਹੋਰ ਜਿਹੜੇ ਵੀਰ ਕਰ ਰਹੇ ਨੇ, ਡੈਡੀਕੇਸ਼ਨ ਜਦੋਂ ਸਾਡੀ ਹੋ ਜਾਏਗੀ, ਆਟੋਮੈਟਿਕਲੀ ਸਾਨੂੰ ਸਾਰੇ ਆਈਡੀਆਸ ਵੀ ਆਪ ਹੀ ਅਸੀਂ ਢੂੰਢਾਂਗੇ। ਘਰ ਦੇ ਵਿੱਚ ਆਪਣਾ ਕੋਈ ਕੰਮ ਪੈਂਦਾ ਹੈ, ਕਿਤਨਾ ਵੀ ਅਸੀਂ ਜ਼ਰੂਰੀ ਕਿਤੇ ਫਸੇ ਹੋਈਏ, ਆਈਡੀਆ ਵੀ ਢੂੰਢ ਲੈਂਦੇ ਹਾਂ। ਅਸੀਂ ਆਪਣੇ ਘਰ ਦੀਆਂ ਪ੍ਰਾਪਰਟੀਆਂ ਬਣਾ ਲਈਆਂ, ਸਾਰਾ ਕੁਝ ਕਰ ਲਿਆ ਹੈ, ਕਿਉਂਕਿ ਸਾਡੀ ਡੈਡੀਕੇਸ਼ਨ ਸੀ। ਹੁਣ ਅਸੀਂ ਡੈਡੀਕੇਸ਼ਨ ਇਸ ਪਾਸੇ ਲੈ ਕੇ ਆਈਏ ਕਿ ਅਸੀਂ ਜੋ ਹੈ ਬਾਬੇ ਦੇ ਚਰਨਾਂ ਦੀ ਨਿਸ਼ਾਨੀ ਨੂੰ ਸਾਂਭਣਾ ਹੈ। ਆਪੇ ਹੀ ਕੰਮ ਜੋ ਹੈ ਉਹ ਸਵਰ ਜਾਏਗਾ। ਗੱਲ ਇਹਨਾਂ ਨੇ ਕੀਤੀ ਕਿ ਵੀ ਗੁਰਦੁਆਰਿਆਂ ਦੇ ਉੱਤੇ ਅਸੀਂ ਸੰਗਮਰਮਰ ਤੇ ਸੋਨਾ ਚਾੜੀ ਜਾ ਰਹੇ ਨੇ। ਬਥੇਰੇ ਵੀਰਾਂ ਨੇ ਗੱਲ ਕੀਤੀ ਹੈ। ਕੱਲ ਹੀ ਮੈਨੂੰ WhatsApp ਆ ਗਿਆ ਕਿ ਜੀ ਬੰਗਲਾ ਸਾਹਿਬ ਦੇ ਹੁਣ ਜੀ ਜਿਹੜੇ ਦੀਵਾਰ ਨੇ ਜੀ ਉਹ ਸੋਨੇ ਦੇ ਬਣ ਗਏ ਨੇ। ਮੈਂ ਕਿਹਾ ਬੱਲੇ ਸਿੱਖੋ, ਇੱਥੇ ਤੁਹਾਡਾ ਪੈਸਾ ਜਾਇਆ ਜਾ ਰਿਹਾ ਹੈ।
ਤੁਸੀਂ ਇਹੋ ਜਿਹੇ ਕੰਮਾਂ ਉੱਤੇ ਲੱਗ ਗਏ ਹੋ ਕਿ ਪੈਸਾ ਤੁਸੀਂ ਗੁਰਦੁਆਰਿਆਂ ਦੇ ਉੱਤੇ ਇਮਾਰਤਾਂ ਉੱਤੇ ਤੁਸੀਂ ਲਾਣਾ ਸ਼ੁਰੂ ਕਰਤਾ ਹੈ, ਬਟ ਇਨਸਾਨੀਅਤ ਉੱਤੇ ਤੁਸੀਂ ਆਪਣਾ ਫਰਜ਼ ਭੁੱਲ ਗਏ ਹੋ। ਕਹਿਣ ਨੂੰ ਸਾਡੀ ਕਥਨੀ ਤੇ ਕਰਨੀ 'ਚ ਬੜਾ ਫਰਕ ਹੈ। ਕਹਿਣ ਨੂੰ ਅਸੀਂ ਕਹੀ ਜਾਂਦੇ ਕਿ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਹੈ, ਬਟ ਇਸ ਪਾਸੇ ਸਾਡਾ ਕੋਈ ਧਿਆਨ ਨਹੀਂ। ਜਿਹੜੇ ਵੀ ਮੇਰੇ ਇੱਥੇ ਵੀਰ ਤੇ ਭੈਣ ਆਏ ਨੇ, ਕੋਈ 66 ਬੱਚਿਆਂ ਦੀ ਗੱਲ ਕਰ ਰਿਹਾ ਹੈ, ਕੋਈ 100 ਕੁਛ ਬੱਚਿਆਂ ਦੀ ਗੱਲ ਕਰ ਰਿਹਾ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਇਹਨਾਂ ਦੀ ਆਬਾਦੀ ਜਿਹੜੀ ਹੈ ਉਹ 10-11 ਕਰੋੜ ਹੈ, ਵੀ ਆਰ ਟਾਕਿੰਗ ਨਾਟ ਈਵਨ ਅ ਡ੍ਰੌਪ ਇਨ ਦੀ ਓਸ਼ਨ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜੀ ਅਸੀਂ ਇੰਨੇ ਨੂੰ ਸੰਭਾਲ ਰਹੇ ਹਾਂ, ਮੁਬਾਰਕ ਹੈ ਇਹਨਾਂ ਬੰਦਿਆਂ ਨੂੰ ਜਿਹੜਾ ਕਿ ਇਹਨਾਂ ਨੇ ਇਹ ਬੇੜਾ ਚੱਕਿਆ ਹੈ। ਤੇ ਬਟ ਹੁਣ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਗੱਲ ਸੋਚਣੀ ਚਾਹੀਦੀ ਹੈ। ਮਿਹਰਬਾਨੀ ਕਰਕੇ ਜਿੱਦਾਂ ਮੇਰੇ ਵੀਰ ਜਿਨ੍ਹਾਂ ਨੇ ਗੱਲ ਕੀਤੀ ਸੀਗੀ ਆਪਣੇ ਦੇਹਰਾਦੂਨ ਤੋਂ, ਬੜੀ ਵਧੀਆ ਗੱਲ ਕੀਤੀ ਹੈ। ਅਸੀਂ ਵੀ ਕੇਂਦਰੀ ਸ੍ਰੀ ਗੁਰੂ ਸੰਘ ਸਭਾ ਤੋਂ ਜਿੱਥੇ ਵੀ ਜਾ ਰਹੇ ਹਾਂ, ਅਸੀਂ ਅੱਗੇ ਸੰਗਤਾਂ ਸਾਹਮਣੇ ਬੇਨਤੀ ਕਰ ਰਹੇ ਹਾਂ, ਆਪਣੇ ਘਰਾਂ ਦੇ ਵਿੱਚ ਤੁਸੀਂ ਗੋਲਕਾਂ ਲਗਾਓ। ਜਿਹੜੇ ਗੁਰਦੁਆਰੇ ਦੀ ਗੋਲਕ ਤੁਸੀਂ ਆਪਣਾ ਦਸਵੰਧ ਕੱਢਦੇ ਹੋ, ਉਸ ਗੋਲਕ ਦੀ ਧਿਆਨ ਵੱਲ ਵਰਤੋਂ ਦਿਓ। ਅਗਰ ਤੁਸੀਂ ਸਮਝਦੇ ਹੋ ਸਿਰਫ ਨਿਰੀ ਪੋਲਿਟਿਕਸ ਤੇ ਖੇਡੀ ਜਾ ਰਹੀ ਹੈ ਉਸ ਗੋਲਕ ਨਾਲ, ਮਿਹਰਬਾਨੀ ਕਰਕੇ ਉਸ ਗੋਲਕ ਤੁਸੀਂ ਆਪਣਾ ਪੈਸਾ ਮਤ ਬਰਬਾਦ ਕਰੋ। ਆਪਣੇ ਘਰਾਂ 'ਚ ਗੋਲਕ ਪਾਓ, ਉਹਦੇ ਵਿੱਚੋਂ ਫਿਰ ਤੁਸੀਂ ਕੱਢ ਕੇ ਜਦੋਂ ਤੁਸੀਂ ਸੋਚੋਗੇ, ਤੁਸੀਂ ਇਹੋ ਜਿਹੀ ਸੰਸਥਾਵਾਂ ਦੀ ਮਦਦ ਕਰੋਗੇ, ਤੁਸੀਂ ਗਰੀਬਾਂ ਨੂੰ ਤੁਸੀਂ ਉੱਤੇ ਚੱਕਣ ਦੀ ਕੋਸ਼ਿਸ਼ ਕਰੋਗੇ, ਫਿਰ ਹੀ ਤੁਹਾਡਾ ਜਿਹੜਾ ਦਸਵੰਧ ਕੱਢਿਆ ਹੋਇਆ ਉਹ ਗੁਰੂ ਦੇ ਘਰ ਦੇ ਵਿੱਚ ਵੀ ਪ੍ਰਵਾਨ ਹੋਵੇਗਾ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈਗਾ ਕਿ ਦੂਜੀ ਗੱਲ ਰਹੀ, ਜਿੱਦਾਂ ਮਿਸਟਰ ਜੀ ਨੇ ਮੈਂ ਪਹਿਲਾਂ ਵੀ ਗੱਲ ਕੀਤੀ ਸੀਗੀ, ਮੈਂ ਇਹਨਾਂ ਨੂੰ ਪਹਿਲਾਂ ਵੀ ਕਿਹਾ ਸੀਗਾ, ਇਹ ਬਾਰ-ਬਾਰ ਇਸ ਗੱਲ ਨੂੰ ਦੁਹਰਾਉਂਦੇ ਨੇ ਕਿ ਵੀ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ। ਉਹ ਭਾਈ ਸਿੱਖਾਂ ਦੇ ਵਿੱਚ ਕਿੱਥੋਂ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ ਆ ਗਈ? ਗੁਰੂ ਦੇ ਜਿਹੜੇ ਆਦੇਸ਼ ਸੀਗੇ ਅਸੀਂ ਉਹਨਾਂ ਤੋਂ ਭੁੱਲ ਗਏ ਹਾਂ। ਅਸੀਂ ਕਿਉਂ ਇਸ ਚੀਜ਼ ਦੇ ਉੱਤੇ ਅਸੀਂ ਫੋਰਸ ਕਰਦੇ ਹਾਂ ਕਿ ਜੀ ਅਸੀਂ ਇਹਨਾਂ ਨੂੰ ਦੇਣਾ ਹੈ, ਕਿਉਂਕਿ ਅਸੀਂ ਆਪ ਆਪਣਾ ਫਰਜ਼ ਨਹੀਂ ਨਿਭਾ ਰਹੇ। ਅਸੀਂ ਅਗਰ ਆਪਣਾ ਫਰਜ਼ ਨਿਭਾਈਏ, ਜਿੱਦਾਂ ਮੇਰੇ ਵੀਰ ਨੇ ਗੱਲ ਕੀਤੀ ਸੀਗੀ ਉਹ ਪਾਰਸੀਆਂ ਦੀ, ਉਹ ਕਿਸੇ ਤੋਂ ਨਹੀਂ ਮੰਗਦੇ ਸਹਾਇਤਾ। ਸਿੱਖ ਅਗਰ ਆਪਣੀ ਮਦਦ ਆਪ ਕਰੇਗਾ ਤੇ ਸਾਨੂੰ ਕੋਈ ਸ਼ਡਿਊਲ ਕਾਸਟ ਤੇ ਕੋਈ ਸ਼ਡਿਊਲ ਟਰਾਈਬ ਕਹਿਣ ਦੀ ਲੋੜ ਨਹੀਂ ਪਏਗੀ। ਅਸੀਂ ਗੁਰੂ ਦੇ ਆਸਰੇ ਤੇ ਅਸੀਂ ਤੁਰਾਂਗੇ। ਬਟ ਵੀ ਆਰ ਫੋਰਸਡ ਟੂ ਡੂ ਥੀਸ ਥਿੰਗਸ, ਕਿਉਂਕਿ ਜੀ ਸਾਨੂੰ ਜੀ ਇਹ ਸਹੂਲਤਾਂ ਜਿਹੜੀ ਸਰਕਾਰ ਦੇ ਰਹੀ ਹੈ, ਸਰਕਾਰ ਤੁਹਾਨੂੰ ਫੋਰਸ ਕਰ ਰਹੀ ਹੈ ਕਿ ਤੁਸੀਂ ਆਪਣੇ ਗੁਰੂ ਤੋਂ ਟੁੱਟੋ, ਉਹਨਾਂ ਦੇ ਆਦੇਸ਼ ਤੋਂ ਟੁੱਟੋ। ਸੋ ਇਹ ਸਿੱਖਾਂ ਨੂੰ ਆਪ ਇਸ ਚੀਜ਼ ਦੇ ਉੱਤੇ ਆਪਣਾ ਪਹਿਰਾ ਦੇਣਾ ਚਾਹੀਦਾ ਹੈ। ਤੀਜੀ ਗੱਲ ਰਹੇਗੀ, ਜਿਹੜੇ ਮੇਰੇ ਵੀਰ ਕਹਿ ਰਹੇ ਸੀਗੇ ਹੈਦਰਾਬਾਦ ਤੋਂ, ਲਾਈਕ ਹੀ ਸੈਡ, ਡੂ ਨਾਟ ਕਨਸੈਂਟਰੇਟ ਔਨ ਦ ਫੁੱਲ ਮੈਸ, ਬਟ ਹਾਂ ਉੱਥੇ ਤੱਕ ਜ਼ਰੂਰ ਕਰੋ ਕਿ ਸਕਿੱਲ ਡਿਵੈਲਪਮੈਂਟ ਦੇ ਵਿੱਚ ਜਿਹੜਾ ਇਹਨਾਂ ਦਾ ਜਨਰਲ ਸਾਹਿਬ ਨੇ ਗੱਲ ਕੀਤੀ ਸੀਗੀ ਅਬਾਊਟ ਸਮ ਪਰਸਨ ਇਨ ਟਾਟਾ ਹੂ ਚੀਫ ਇੰਜੀਨੀਅਰ, ਜਿਹਨੂੰ ਸਿਰਫ ਮਸ਼ੀਨਾਂ ਦੇ ਉੱਤੇ ਉਹਦਾ ਨੌਲੇਜ ਸੀਗਾ। ਸਾਨੂੰ ਵੀ ਇੱਕ ਆਤਮਾ ਸਿੰਘ ਹੈਗੇ ਜਿਹੜੇ ਰਿਟਾਇਰਡ ਚੀਫ ਇੰਜੀਨੀਅਰ ਹੀਰੋ ਹੋਂਡਾ ਦੇ, ਉਹ ਵੀ 8ਵੀਂ ਫੇਲ ਸੀਗੇ, ਬਟ ਬਿਕੋਜ਼ ਹੀ ਵਰਕ ਵਿਦ ਹਿਜ਼ ਹੈਂਡਸ, ਬਿਕੋਜ਼ ਉਹਨਾਂ ਨੂੰ ਮਸ਼ੀਨਾਂ ਚਲਾਉਣੀਆਂ ਆਉਂਦੀਆਂ ਸੀਗੀਆਂ, ਹੀ ਰੋਜ਼ ਟੂ ਬਿਕਮ ਚੀਫ ਇੰਜੀਨੀਅਰ ਆਫ ਹੀਰੋ ਹੋਂਡਾ। ਸੋ ਕਹਿਣ ਦਾ ਭਾਵ ਹੈਗਾ ਸਕਿੱਲ ਡਿਵੈਲਪਮੈਂਟ ਉੱਤੇ ਆਪਣਾ ਧਿਆਨ ਕੇਂਦਰਿਤ ਕਰੋ, ਆਪਣਾ ਦਸਵੰਧ ਕੱਢੋ, ਆਪਣੀ ਕੌਮ ਨੂੰ ਚੱਕੋ ਤੇ ਗੁਰੂ ਦੇ ਆਸਰੇ ਗੱਲ ਨੂੰ ਛੱਡੋ, ਤੇ ਗੁਰੂ ਹਮੇਸ਼ਾ ਮਦਦ ਕਰੇਗਾ ਸੱਚੇ ਸੁੱਚੇ ਸਿੱਖਾਂ ਦੀ। ਇੰਨਾ ਕਹਿੰਦਾ ਹੋਇਆ ਸ਼ਮਲਾ ਜਾਤਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। नीचा अंदर नीच जात, नीची होवत नीच, नानक तिनके संग साथ वड्डियां स्यों कैरीस। मैं एक प्रिंसीपल लैके अज तो 10 साल पहला इस आया, बहुत साडे लोगों ने साडा हथ पकड़िया, साडे नाल मदद की, बड़ियां ऑर्गेनाइजेशन ऑल ओवर पंजाब, हरियाणा, JNK बड़िया ने किया। बट टुडे वट वी वांट टू डू, मैं थोड़ा जिहा तुहानूं दसना चाहांगा कि लेट्स फर्स्ट पॉइंट इज आइडेंटिफाई द ऑर्गेनाइजेशन ऑलरेडी वर्किंग फॉर द बेनिफिट ऑफ दीज सोसाइटीज, finding out the type of work being taken up by these organizations, what are the government policies, public facilities available for benefiting these communities, and due awareness available to them or not. Establish regional centers bringing the local organizations sharing benefit of each other type of work and how they work, that also will be there. Connecting the regional centers with one of the national level organizations, what most of our speakers have given this point, and I promise you that today afternoon session we will give a practical shape to this. This is my promise to you all.
We also identify the major donors to help these organizations on the financial and administrative establishments. Open and run the education institutions on the pattern of Baba Aya Singh Riadki, where ਅੱਜ ਦੀ ਡੇਟ ਦੇ ਵਿੱਚ ਇੱਕ ਬੱਚੀ ਜਿਹੜੀ ਕਿ ਗ੍ਰੈਜੂਏਸ਼ਨ ਕਰ ਰਹੀ ਹੈ ਉਹਦਾ ਸਿਰਫ 800 ਰੁਪਏ ਮਹੀਨਾ ਖਰਚਾ ਹੈ ਵਿਦ ਖਾਣਾ. Let's follow that, this one for these people, and we can do it. I know I am very much connected with that also. Now, to plan and achieve these above goals, what we have to do? We will share the latest policy of the government between each other, like educational scholarship through government policies, educational scholarship through 6 samstas like Nishkam. They are doing a big job. I must say thanks to them. Educational schemes for higher studies, ਜਿਸ ਤਰ੍ਹਾਂ ਭੁੰਗੜ ਸਾਹਿਬ ਨੇ ਦੱਸਿਆ, ਉਹਨਾਂ ਨੂੰ ਐਗਜ਼ੀਕਿਊਟ ਕਰਨ ਵਾਸਤੇ we are here to guide anybody here in India. We will tell them how to do it. Like now, educational scheme for higher study like Nai Roshni, coaching scheme, IAS, PCS, financial help. ਤੁਹਾਨੂੰ ਪਤਾ ਨਹੀਂ, ਮੈਂ ਇੱਕ ਦਾ ਜ਼ਰੂਰ ਜ਼ਿਕਰ ਕਰਾਂਗਾ. ਅੱਜ minority ਦਾ, out of the 6 minority, any child who passes the state examination for PCS, he is entitled to 25,000 and 50,000 rupees. IAS preliminary 50,000. And today I also announce within this crowd that any person nearby who has done the preliminary examination, ISC stands to help it. I have not taken sanction from my general, but I know that I do it. I know he will give me a pat on my head. No. Then we will, after this we should go, what are the courses offered by people where this education we should have. All institute which gives a technical training, which gives professional training like banking exam, central government examinations, IAS, coaching center for these minorities, they are authorized under the minority status. These institutes, they can give every 3 months 30 children whose all expenditure is paid by the central government. And here I am very thankful to Gurdwaras here in Chandigarh. They have kept up to 30 children. They are giving them free food. And there is a Sikh Hope, another organization, Sir GP Singh मेरा ख्याल है आ नहीं सके. He is dedicated from right 6 o'clock in the morning to evening. And last time out of 25 children, 19 has made to the preliminary of banking. This is his and Janam Institute's this one training. I know people have said it, that there is, what is you are doing? You are doing this much. I said no. Let's remember that ਚਿੜੀ ਜਿਹੜੀ ਕਿ ਚੁੰਝ 'ਚ ਪਾਣੀ ਭਰ ਕੇ ਲਿਆਈ ਸੀ, ਜੰਗਲ ਨੂੰ ਅੱਗ ਲੱਗੀ ਸੀ, ਉਹਨੇ ਪਾਣੀ ਪਾਇਆ ਤੇ ਸਾਡੇ ਸ਼ੇਰ ਜਿਹੜੇ ਨੇ ਉਹ ਕਹਿੰਦੇ ਲੈ ਇਹਨੂੰ ਅੱਗ ਬੁੱਝ ਜਾਏਗੀ. ਕਹਿੰਦੀ ਮੈਂ ਸਟਾਰਟ ਤੇ ਕੀਤਾ, ਬਾਕੀ ਮੇਰੇ ਨਾਲ ਆਪੇ ਲੱਗ ਜਾਣਗੇ. ਆਓ ਇਹ ਸਟਾਰਟ ਹੈ. At national level, if we all get together, we can do wonders. I am very sure on that, and I am with you. My total rest of the life, like Jagmohan Singh, is dedicated to this one. I must mention certain organizations whom I keep them at a very higher strata. Where we will go, we will request, we will write to them. ਅਸੀਂ ਉਹਨਾਂ ਦੇ ਪੈਰ ਵੀ ਫੜਨੇ ਪੈਣ ਫੜਾਂਗੇ. Who are those? Sikh Helping Sikhs ਆਸਟ੍ਰੇਲੀਆ ਤੋਂ ਬਹੁਤ ਵੱਡਾ ਕੰਮ ਕਰ ਰਹੇ ਨੇ, ਬੜੇ ਬੱਚਿਆਂ ਨੂੰ ਉਹ ਦੇ ਰਹੇ ਨੇ. ਸੁਕ੍ਰਿਤ ਟਰਸਟ, ਗੁਰੂ ਨਾਨਕ ਮਲਟੀਵਰਸਿਟੀ, ਬਬੇਕ ਟਰਸਟ, Delhi Gurdwara Prabandhak Committee, they are also doing. Now I had a talk with the Surjit Singh GK.
ਹੀ ਸੇਜ ਕਰਨਲ ਸਾਹਿਬ ਆਓ ਤੁਸੀਂ ਜਿਹੜਾ ਸਾਨੂੰ ਮਿਨਾਰਟੀ ਦਾ ਦੇ ਗਏ ਸੀ ਉਹਦੇ 'ਚ ਅਸੀਂ ਬਹੁਤ ਵੱਡੀ ਅਚੀਵਮੈਂਟ ਕਰ ਲਈ ਹੈ। ਅਸੀਂ ਗਵਰਨਮੈਂਟ ਦੀਆਂ ਪਾਲਿਸੀਆਂ ਲੈ ਕੇ ਤੁਹਾਡੇ ਨਾਲ ਚੱਲਾਂਗੇ। ਮੇਰਾ ਖਿਆਲ ਹੈ ਕਿ ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ। ਮੈਨੂੰ ਮੌਕਾ ਮਿਲਿਆ ਐਜ ਮੈਂਬਰ ਆਫ ਦਾ ਕਮਿਸ਼ਨ ਸਾਰਾ ਇੰਡੀਆ ਘੁੰਮਣ ਦਾ ਔਰ ਸਿੱਖਾਂ ਨੂੰ ਸਪੈਸ਼ਲੀ ਮਿਲਣ ਦਾ। ਬੜਾ ਖੁਸ਼ ਵੀ ਹੋਇਆ ਤੇ ਬੜਾ ਦੁੱਖ ਵੀ ਹੋਇਆ ਰੱਖੇ ਉਹਨਾਂ ਨੂੰ। ਖੁਸ਼ੀ ਇਹ ਹੋਈ ਕਿ ਸਾਡੇ ਸਿੱਖ ਜਿੱਥੇ ਜਾਂਦੇ ਨੇ ਉਹ ਆਪਣੀ ਜਗ੍ਹਾ ਬਣਾ ਲੈਂਦੇ ਨੇ। ਦੁੱਖ ਇਹ ਹੋਇਆ ਕਿ ਜਿਹੜੇ ਸਾਡੇ ਕਬੀਲੇ ਨੇ ਸਿਕਲੀਗੜ੍ਹ ਸਿੱਖ ਹੋਏ, ਬੰਜਾਰਾ ਸਿੱਖ ਹੋਏ, ਜਿਸ ਜਗ੍ਹਾ ਤੇ ਰਹਿੰਦੇ ਨੇ ਉਹ ਦੈਟ ਦ ਮੋਸਟ ਨੈਗਲੈਕਟਡ ਪਲੇਸ ਇਨ ਦ ਸਿਟੀ, ਉੱਥੇ ਨਾ ਕੋਈ ਉਹਨਾਂ ਕੋਲ ਵਾਟਰ ਸਪਲਾਈ ਹੈ, ਨਾ ਕੋਈ ਟਾਇਲਟ ਦੀ ਫੈਸਿਲਿਟੀ ਹੈ। ਉਹ ਵਿਚਾਰੇ ਬਹੁਤ ਹੀ ਫਿਲਥੀ ਪੋਜੀਸ਼ਨ 'ਚ ਰਹਿੰਦੇ ਨੇ। ਅਤੇ ਉਹਨਾਂ ਬਾਰੇ ਅਸੀਂ ਜਦੋਂ ਜਾ ਕੇ ਆਏ ਮੈਂ ਰਿਪੋਰਟ ਬਣਾਈ ਕਮਿਸ਼ਨ ਦੇ ਵਿੱਚ। ਅਸੀਂ ਰਿਕਮੈਂਡ ਕੀਤਾ ਗਵਰਨਮੈਂਟ ਨੂੰ ਵੀ ਉਹਨਾਂ ਵਾਸਤੇ ਕੀ ਹੋਣਾ ਚਾਹੀਦਾ। ਉਹਨਾਂ ਵਾਸਤੇ ਘਰ ਦੀ ਫੈਸਿਲਿਟੀ, ਉਹਨਾਂ ਵਾਸਤੇ ਲੋਨ ਦੀ ਫੈਸਿਲਿਟੀ, ਉਹਨਾਂ ਵਾਸਤੇ ਐਜੂਕੇਸ਼ਨ ਦੀ ਫੈਸਿਲਿਟੀ। ਲੇਕਿਨ ਹਾਲੇ ਤੱਕ ਗਵਰਨਮੈਂਟ ਤੋਂ ਕੋਈ ਜਵਾਬ ਨਹੀਂ ਆਇਆ ਹੈ। ਜਿਵੇਂ ਕਿ ਸਿੱਖਿਜ਼ਮ ਦੇ ਵਿੱਚ ਕੋਈ ਕਾਸਟ ਨਹੀਂ ਹੈ, ਕਾਸਟਲੈਸ ਸਾਡੀ ਸੋਸਾਇਟੀ ਹੈ ਲੇਕਿਨ ਪ੍ਰੈਕਟੀਕਲੀ ਹੈ। ਲੇਕਿਨ ਸਾਡੇ ਗੁਰੂਆਂ ਨੇ ਕਿਹਾ ਇੱਕ ਪਿਤਾ ਇੱਕ ਕੇ ਹਮ ਬਾਰਕ, मानस की जा सब एक पहचान वो, अब्बल अल्लाह नूर पाया कुदरत सब बंदे, एक नूर ते सब जग उपजिया कौन पढ़े कौन मंदे। सो साडे गुरुआं दी जो सन शिक्षा है असीं उन्हां दे उपर नहीं चल रहे, असीं आप च डिवाइड होए हुए हैं, इस करके सिख सफ़र कर रहे हैं। ते अनइवन हैगी है साडी जिहड़ी फंडिंग, कदे आ जांदे कदे नहीं आंदे, ते अकॉर्डिंगली वी हैव टू प्लान एंड डिस्ट्रीब्यूट फंड्स। दूजा जिहड़ा है सानू चंगे प्रचारक ते चंगे टीचरां दी लोड़ है। प्रचारक जिहड़े हैगे सानू मिलदे नहीं चंगे, जिहड़े जिन्हां दे विच जज्बा होवे, जोश होवे ते सिख धर्म की चंगी सोझी होवे, ਉਹ ਜਿਹੜੇ ਹੈਗੇ ਪੁਆਇੰਟਸ ਜਿਹੜੇ ਮਿਸ ਕਰ ਜਾਂਦੇ ਨੇ। ਤੇ ਟੀਚਰਸ ਸਾਨੂੰ ਔਖੇ ਹੁੰਦੇ ਨੇ ਕਈ ਵਾਰੀ, ਜਿਹੜੇ ਅਸੀਂ ਟਿਊਸ਼ਨ ਟੀਚਰਸ ਲਗਾਉਣ ਦਾ ਜਿਹੜਾ ਪ੍ਰੋਗਰਾਮ ਕਰਦੇ ਹਾਂ ਅਲੱਗ-ਅਲੱਗ ਜਗ੍ਹਾ ਵਿੱਚ, ਉਹ ਔਖਾ ਹੁੰਦਾ ਹੈ ਸਾਨੂੰ। ਐਡਮਿਸ਼ਨਸ ਇਨ ਹਾਇਰ ਸਟੱਡੀ ਜਿਵੇਂ ਕਿ ਵੱਡੇ ਕਾਲਜਿਸ 'ਚ ਭੇਜਣਾ ਹੈ, ਕਈ ਵਾਰੀ ਬੱਚਿਆਂ ਦੀ ਪ੍ਰੋਬਲਮ ਹੁੰਦੀ ਕਿ ਉਹ ਡਿਸਟ੍ਰਿਕਟ ਨਹੀਂ ਛੱਡਣਾ ਚਾਹੁੰਦੇ, ਆਪਣੀ ਜਗ੍ਹਾ ਨਹੀਂ ਛੱਡਣਾ ਚਾਹੁੰਦੇ, ਉੱਥੇ ਫਿਰ ਹਾਇਰ ਸਟੱਡੀਜ਼ ਵੀ ਜਾਣ ਨੂੰ ਕਤਰਾਉਂਦੇ ਨੇ ਕਿ ਅਸੀਂ ਕਦੀ ਛੱਡ ਦਿੱਤਾ ਕੰਮ ਤੇ ਦੂਜੇ ਕੰਮ। ਕਿੰਨੇ ਗੁਰਦੁਆਰੇ ਨੇ? ਕਹਿੰਦਾ 60-70 ਗੁਰਦੁਆਰੇ ਨੇ। ਮੈਂ ਕਿਹਾ ਐਵਰੇਜ ਇੰਪਲਾਈ ਕਿੰਨੇ ਹੋਣਗੇ? ਕਹਿੰਦਾ 5 ਲਗਾ ਲਓ। ਮੈਂ ਕਿੰਨੀ ਤਨਖਾਹ ਦਿੰਦੇ ਹੋ? ਕਹਿੰਦੇ 4000-5000। ਮੈਂ ਕਿਹਾ ਅਗਰ 5 ਵੀ ਐਵਰੇਜ ਹੈਗੇ ਨੇ 300 ਤੁਹਾਡੇ ਇੰਪਲਾਈ ਹੋ ਗਏ। ਜਦੋਂ ਤੁਸੀਂ 4000-5000 ਤਨਖਾਹ ਦਿੰਦੇ ਹੋ, ਉਹਨਾਂ ਦੇ 2 ਜਾਂ 3 ਬੱਚੇ ਹੋਣਗੇ, ਕਿ ਉਹ ਚੰਗੇ ਸਕੂਲ ਪੜ੍ਹਾ ਸਕਦੇ ਹੈ। ਘੱਟੋ ਘੱਟ 2500-3000 ਇੱਕ ਬੱਚੇ ਦੀ ਫੀਸ ਹੈ, ਤੇ ਤੁਹਾਡੇ ਕੋਲ 700 ਬੱਚਾ ਤਿਆਰ ਹੈ ਜਿਹਨੂੰ ਤੁਸੀਂ ਪੜ੍ਹਾ ਸਕਦੇ ਹੋ। ਉਹਦਾ ਇੰਨਾ ਇਫੈਕਟ ਪਿਆ। ਕਾਨਪੁਰ ਗ੍ਰੈਜੂਏਟ ਜਿਹੜੇ ਸਿੰਘ ਸਭਾ ਵਾਲੇ ਬੈਠੇ ਸੀ, ਲੈਕਚਰ ਸੁਣ ਰਹੇ ਸੀ, ਉਹਨਾਂ ਨੇ ਹੁਣ ਸਾਨੂੰ ਗੁਰਪੁਰਬ ਤੇ ਬੁਲਾਇਆ। ਕਾਨਪੁਰ ਗੁਰੂ ਨਾਨਕ ਦੇਵ ਗੁਰਪੁਰਬ ਤੇ ਆਉਣਾ, ਤੁਸੀਂ ਉੱਥੇ ਲੈਕਚਰ ਦੇਣਾ। ਸਭ ਤੋਂ ਪਹਿਲਾਂ 5 ਲੱਖ ਰੁਪਇਆ ਮੈਂ ਫਿਰ ਅਨਾਉਂਸ ਕਰਾਂਗੇ, ਮੈਂ ਸੋਸਾਇਟੀ ਦੇ ਅੰਦਰ ਇਹ ਸੋਸਾਇਟੀ ਬਣੇਗੀ। ਉਸ ਤੋਂ ਬਾਅਦ ਜਿਹੜੀ ਸੰਗਤ ਇਕੱਠੇ ਕਰੇਗੀ ਉਹ ਉਹਨਾਂ ਨੂੰ 25 ਤਰੀਕ ਨੂੰ ਜਾਣਾ ਲੈਕਚਰ ਵਾਸਤੇ। ਇਸ ਤਰੀਕੇ ਨਾਲ ਜੀ ਜਦੋਂ ਸਹਾਰਨਪੁਰ ਤੇ ਕੁਝ ਐਪਲੀਕੇਸ਼ਨ ਆਈ ਆ, ਸਹਾਰਨਪੁਰ ਦੇ ਮੈਂ ਸਿੰਘ ਸਭਾ ਦੇ ਪ੍ਰੈਜ਼ੀਡੈਂਟ ਨੂੰ ਕਿਹਾ ਯਾਰ ਬੜੀ ਸ਼ਰਮ ਦੀ ਗੱਲ ਹੈ ਯਾਰ ਕਿ ਤੁਹਾਡੇ ਸ਼ਹਿਰ 'ਚ ਇੰਨਾ ਪੈਸਾ ਸੀ ਕਾਂਗੁਰ, ਉਹ ਤੁਹਾਡੇ ਸ਼ਹਿਰ ਦੇ ਦਿਲ ਸਿੱਖਾਂ ਦੀ ਐਪਲੀਕੇਸ਼ਨ ਇੱਥੇ ਆ ਗਈ, ਉਹਨੂੰ ਮਾਫੀ ਮੰਗੀ, ਕਹਿੰਦੇ ਅਸੀਂ ਉਹ ਕਰ ਲਿਆ। Give us solid suggestions and we'll quickly make the central body and start our work. But we'll give you all the requirements that you will have. Central body वाला रखांगे और centers ਅਸੀਂ ਕਿੱਥੇ ਰੱਖਾਂਗੇ, ਕਿੱਥੇ ਸਾਡੇ reps ਹੋਣ। Central body is really the person who's got the most responsibility of coordinating and not only coordinating, also visiting. So this will be a practical organization, and then as the problems come up, naturally we will tackle them in consultation with experts. We have in Chandigarh, Ludhiana, Hyderabad, all over. Today there is no problem in consulting on telephone, on emails. There are various methods. कोई मुश्किल नहीं जी, लेकिन इतना भी ना करो एकदम काली च असं ये सब कुछ बना देना। The army man as it is always rushing. So don't think I'll be so slow like the civilian and take it to months. It will be done quite quickly, I promise you. I can't tell you how many days, but it will be number of days or a month or two, and to make the start completely. But बड़ा deep thought दे के जिहड़ा काम करे
ਇਹ ਇਦਾਂ ਦੀ ਕਦੇ ਨਹੀਂ ਬਣਾਉਣੀ ਅਸੀਂ ਆਰਗੇਨਾਈਜੇਸ਼ਨ ਜਿਹੜੀ ਅੱਜ ਬਣਾਈ 6 ਮਹੀਨੇ ਬਾਅਦ ਟੁੱਟੇ। We've all got your particulars, we've spoken to you, हम सारे ਨੂੰ ਜਾਣਦੇ हैं, and I think it's a wonderful gathering that we've had today. Everybody has said it. और ਸਾਨੂੰ ਪਤਾ 5-6 seminars 7-8 ਅਸੀਂ ਕਰਾ ਸਕੇ ਇੱਥੇ। This has been definitely the most successful and the best. We've got the best brains here, the best minds and the most devoted minds. Thank you very much.